ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਜਮਾਤ ਪਹਿਲੀ ਦੀ ਪੰਜਾਬੀ ਪੁਸਤਕ ਦੇ ਵਿੱਚੋਂ ਅਸੀਂ 3 ਅੱਖਰਾਂ ਵਾਲੇ ਮੁਕਤਾ ਸ਼ਬਦ ਪੜ੍ਹਨ ਦਾ ਅਭਿਆਸ ਅਤੇ ਸੋਹਣਾ ਲਿਖਣ ਦਾ ਅਭਿਆਸ ਕਰਾਂਗੇ। ਜੋ ਅਸੀਂ 2 ਮੁਕਤਾ ਅੱਖਰਾਂ ਤੋਂ ਬਣਨ ਵਾਲੇ ਸ਼ਬਦਾਂ ਦੀ ਦੁਹਰਾਈ ਕਰ ਲਈ ਹੈ। ਅੱਜ ਅਸੀਂ 3 ਮੁਕਤਾ ਅੱਖਰਾਂ ਤੋਂ ਬਣਨ ਵਾਲੇ ਸ਼ਬਦਾਂ ਨੂੰ ਪੜ੍ਹਨ ਅਤੇ ਲਿਖਣ ਦਾ ਅਭਿਆਸ ਕਰਾਂਗੇ। ਪਿਆਰੇ ਬੱਚਿਓ, ਤਾਂ ਇਹ 2 ਅੱਖਰਾਂ ਦਾ ਮੁਕਤਾ ਸ਼ਬਦ ਹੈ ਕਰ। ਜਦੋਂ ਇਸ ਦੇ ਨਾਲ ਅਸੀਂ ਇੱਕ ਹੋਰ ਅੱਖਰ ਲਗਾਉਂਦੇ ਹਾਂ ਤਾਂ ਇਹ 3 ਅੱਖਰਾਂ ਦਾ ਮੁਕਤਾ ਸ਼ਬਦ ਬਣ ਜਾਂਦਾ ਹੈ ਕਰਦ। ਇਹ ਸ਼ਬਦ ਹੈ ਦਰ। ਇਸ ਦੇ ਨਾਲ ਇੱਕ ਹੋਰ ਅੱਖਰ ਲਗਾਉਣ ਤੇ ਇਹ ਸ਼ਬਦ ਬਣ ਜਾਂਦਾ ਹੈ ਜੀ ਦਰਦ। ਇਹ ਸ਼ਬਦ ਹੈ ਚਰ। ਜਦੋਂ ਇਸ ਦੇ ਨਾਲ ਅਸੀਂ ਇੱਕ ਹੋਰ ਨਵਾਂ ਅੱਖਰ ਲਗਾਉਂਦੇ ਹਾਂ ਤਾਂ ਇਹ ਬਣ ਜਾਂਦਾ ਹੈ ਜੀ ਚਰਨ। ਇਹ ਸ਼ਬਦ ਹੈ ਜੀ ਨਮ। ਇਸ ਦੇ ਨਾਲ ਇੱਕ ਨਵਾਂ ਅੱਖਰ ਲਗਾ ਕੇ ਸ਼ਬਦ ਬਣ ਗਿਆ ਨਮਕ। ਮੇਰੇ ਬੱਚਿਓ, ਮਨ ਸ਼ਬਦ ਦੇ ਨਾਲ ਇੱਕ ਨਵਾਂ ਅੱਖਰ ਲਗਾ ਕੇ ਅਸੀਂ ਇੱਕ ਹੋਰ ਨਵਾਂ ਸ਼ਬਦ ਬਣਾਵਾਂਗੇ ਰਮਨ। ਤਾਂ ਸਾਰਿਆਂ ਨੂੰ 3 ਮੁਕਤਾ ਅੱਖਰਾਂ ਤੋਂ ਬਣਨ ਵਾਲੇ ਸ਼ਬਦਾਂ ਨੂੰ ਪੜ੍ਹਨਾ ਆ ਗਿਆ ਹੈ? ਹਾਂਜੀ ਮੈਡਮ ਜੀ। ਸ਼ਾਬਾਸ਼। ਤਾਂ ਬੋਰਡ ਤੇ ਲਿਖੇ ਕੁਝ ਸ਼ਬਦਾਂ ਨੂੰ ਪੜ੍ਹਨ ਦਾ ਅਭਿਆਸ ਕਰੋਗੇ? ਹਾਂਜੀ ਮੈਡਮ ਜੀ। ਤਾਂ ਦੱਸੋ ਫਿਰ ਇਹ ਕਿਹੜਾ ਸ਼ਬਦ ਲਿਖਿਆ ਹੈ? ਮਟਰ। ਸ਼ਾਬਾਸ਼। ਇਹ ਦੱਸੋ? ਬਟਨ। ਬਿਲਕੁਲ ਸਹੀ। ਹਾਂਜੀ, ਹੁਣ ਦੱਸੋ? ਆਰ। ਸ਼ਾਬਾਸ਼, ਬਿਲਕੁਲ ਸਹੀ। ਪਿਆਰੇ ਬੱਚਿਓ, ਹੁਣ ਇਹਨਾਂ ਸ਼ਬਦਾਂ ਨੂੰ ਸੁੰਦਰ ਲਿਖਣ ਦਾ ਅਭਿਆਸ ਕਰਦੇ ਹਾਂ। ਮ ਟ ਰ मटर। अगला शब्द है जी बल्ब। ब ल ब बल्ब। अगला शब्द कणक। क ना कब ਕਣਕ। ਤਾਂ ਤੁਸੀਂ ਸਾਰਿਆਂ ਨੇ ਜਿਹੜੇ ਸ਼ਬਦ ਅੱਜ ਆਪਾਂ ਪੜ੍ਹੇ ਹਨ ਉਹਨਾਂ ਨੂੰ ਆਪਣੀ ਕਾਪੀ ਤੇ ਸੁੰਦਰ ਲਿਖਾਈ ਵਿੱਚ ਲਿਖਣਾ ਹੈ ਅਤੇ ਨਾਲ ਹੀ ਇਹਨਾਂ ਸਾਰੇ ਸ਼ਬਦਾਂ ਨੂੰ ਪੜ੍ਹਨ ਦਾ ਅਭਿਆਸ ਜ਼ਰੂਰ ਕਰਨਾ ਹੈ। ਧੰਨਵਾਦ ਪਿਆਰੇ ਬੱਚਿਓ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ ਜਮਾਤ ਪਹਿਲੀ ਵਿਸ਼ਾ ਗਣਿਤ 1 ਤੋਂ 20 ਤੱਕ ਗਿਣਤੀ ਕਰਾਂਗੇ। ਜਿਵੇਂ ਘਰ ਵਿੱਚ ਕੌਲੀਆਂ, ਗਲਾਸ, ਚਮਚ ਹੁੰਦੇ ਹਨ, ਅੱਜ ਅਸੀਂ ਕੁਝ ਚਮਚ ਅਤੇ ਇਹਨਾਂ ਗਲਾਸਾਂ ਦੀ ਸਹਾਇਤਾ ਨਾਲ 1 ਤੋਂ 20 ਤੱਕ ਗਿਣਤੀ ਕਰਾਂਗੇ। ਸਭ ਤੋਂ ਪਹਿਲਾਂ ਚਮਚ ਗਿਣਦੇ ਹਾਂ। ਇਹ ਕਿੰਨੇ ਚਮਚ ਹਨ? 1 ਚਮਚ। ਹੁਣ ਸਾਡੇ ਕੋਲ ਕਿੰਨੇ ਚਮਚ ਹਨ? 2 ਚਮਚ। 3 4। ਹੁਣ ਸਾਡੇ ਕੋਲ 4 ਚਮਚ ਹੋ ਗਏ। 5 6 7 8 9 10। ਇਹ ਸਾਡੇ ਕੋਲ 10 ਚਮਚ ਹਨ। 10 1 11 10 2 12 10 3 13 10 4 14
10 5 15 10 6 16 10 7 17 10 8 18 10 9 19 10 ਅਤੇ 10 20 ਹੋ ਗਏ। ਤਾਂ ਹੁਣ ਸਾਡੇ ਕੋਲ 20 ਚਮਚ ਹੋ ਗਏ। ਇੱਕ ਵਾਰ ਫਿਰ ਗਿਣਦੇ ਹਾਂ। 1 2 3 4 5 6 7 8 9 10 11 12 13 14 15 16 17 18 19 20 ਚਮਚ। ਇਹ 20 ਚਮਚ ਹਨ। ਹੁਣ ਅਸੀਂ ਗਲਾਸ ਗਿਣਦੇ ਹਾਂ। 1 2 3 4 5 6 7 8 9 10 11 12 13 14 15 16 17 18 19 20 ਗਲਾਸ। ਕਿੰਨੇ ਗਲਾਸ ਹਨ ਬੱਚਿਓ? 20 ਗਲਾਸ। ਇੱਕ ਵਾਰ ਸਾਰੇ ਬੱਚੇ ਮੇਰੇ ਨਾਲ ਪੜੋ। 1 2 3 4 5 6 7 8 9 10 11 12 13 14 15 16 17 18 19 20। ਤਾਂ ਬੱਚਿਓ ਤੁਸੀਂ ਵੀ ਘਰ ਵਿੱਚੋਂ ਕੌਲੀਆਂ, ਚਮਚ, ਗਲਾਸ ਲੈ ਕੇ ਉਹਨਾਂ ਨੂੰ ਗਿਣਨਾ ਹੈ। ਠੀਕ ਹੈ? ਬਾਏ। Good morning, children. Sing with me. A, B, C, D, E, F, G, H, I, J, K, L, M, N, O, P. I know these are your friends. So, let's play a game with your friends. Come with me. Children, today we'll do an interesting activity in your textbook on page number 59. Write the missing letters. Look here, some letters are missing and now you will help me to find the missing letters and write them in these boxes. Let's read, children. A, B, C, D, E, F, G, H, I, J, K, L, M, N, O, P. Well done, children. Look here, children. Some letters are missing. Now you will help me to find them. But before that, let's read. A, D, G, I, L, N. And now let's find the missing letters. A, B. You are right, children. B. A, B, C. Well done, children. D, E. Very good. You know it all. E, F, F, G, H. Very well done, children. Let's read once again. A, B, C, D, E, F, G, H, I, and now J. Very good, children. I, J, K. You are again right.
K L. M. M monkey. You know it. N. O. Very good, children. Get, set, go. Here is the letter O. And P. Parrot. Here comes P. Well done, children. Let's revise it. A, B, C, D, E, F, G, H, I, J, K, L, M, N, O, P. Good one. We have done it. Children, now it's time for homework. Write the missing letters in your textbook. दूसरी जमात ਦੇ ਨੰਨੇ ਮੁੰਨੇ ਪਿਆਰੇ ਬੱਚਿਓ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਦੁੱਧ ਅੱਖਰਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹੋ ਤੇ ਅੱਜ ਅਸੀਂ ਕਰਾਂਗੇ ਪੈਰੀ ਰਾਰਾ ਦੁੱਧ ਅੱਖਰ ਨਾਲ ਸੰਬੰਧਿਤ ਵਾਕਾਂ ਬਾਰੇ। ਪਿਆਰੇ ਬੱਚਿਓ, ਅੱਜ ਮੈਂ ਜਿੱਥੇ ਤੁਹਾਨੂੰ ਇਹ ਵਾਕ ਸਿਖਾਵਾਂਗੀ ਉੱਥੇ ਇੱਕ ਕੰਮ ਹੋਰ ਕਰਾਂਗੀ। ਪਤਾ ਹੈ ਕਿ ਮੈਂ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਦੀ ਸੈਰ ਕਰਵਾਵਾਂਗੀ। ਤੁਸੀਂ ਧਿਆਨ ਨਾਲ ਦੇਖਣਾ ਵੀ ਹੈ ਤੇ ਸੁਣਨਾ ਵੀ ਹੈ। ਹਾਂਜੀ ਬੱਚਿਓ, ਪਹਿਲਾ ਵਾਕ ਆਓ ਪੜ੍ਹਦੇ ਹਾਂ। ਵਿਸਾਖੀ ਦਾ ਦਿਨ ਸੀ। ਚਲੋ ਸਾਰੇ ਬੱਚੇ ਮੇਰੇ ਪਿੱਛੇ ਬੋਲੋ ਇਸ ਵਾਕ ਨੂੰ। ਵਿਸਾਖੀ ਦਾ ਦਿਨ ਸੀ। ਸ਼ਾਬਾਸ਼ ਪਿਆਰੇ ਬੱਚਿਓ। ਦੂਸਰਾ ਵਾਕ ਪੜ੍ਹਦੇ ਹਾਂ। ਹਰਪ੍ਰੀਤ ਅਤੇ ਗੁਰਪ੍ਰੀਤ ਵਿਸਾਖੀ ਦੇਖਣ ਅੰਮ੍ਰਿਤਸਰ ਗਈਆਂ। ਇਸ ਵਾਕ ਨੂੰ ਪੜ੍ਹੋ ਬੱਚਿਓ। ਹਰਪ੍ਰੀਤ ਅਤੇ ਗੁਰਪ੍ਰੀਤ ਵਿਸਾਖੀ ਦੇਖਣ ਅੰਮ੍ਰਿਤਸਰ ਗਈਆਂ। ਹੁਣ ਅਗਲਾ ਵਾਕ। ਉਹ ਮਾਤਾ ਪਿਤਾ ਨਾਲ ਟਰੈਕਟਰ ਟਰਾਲੀ ਉੱਤੇ ਬੈਠ ਕੇ ਗਈਆਂ। ਉਹ ਮਾਤਾ ਪਿਤਾ ਨਾਲ ਟਰੈਕਟਰ ਟਰਾਲੀ ਉੱਤੇ ਬੈਠ ਕੇ ਗਈਆਂ। ਠੀਕ ਹੈ ਬੱਚਿਓ। ਆਓ ਅਗਲਾ ਵਾਕ ਦੇਖਦੇ ਹਾਂ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਪਿਆਰੇ ਬੱਚਿਓ, ਇਸ ਵਾਕ ਨੂੰ ਆਪਾਂ ਫਿਰ ਪੜ੍ਹਦੇ ਹਾਂ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਹਾਂਜੀ, ਆਓ ਅੱਗੇ ਦੇਖਦੇ ਹਾਂ। ਫਿਰ ਉਹ ਦੁਰਗਿਆਣਾ ਮੰਦਰ ਗਏ। ਆਓ ਇਸ ਵਾਕ ਨੂੰ ਪੜ੍ਹੀਏ। ਫਿਰ ਉਹ ਦੁਰਗਿਆਣਾ ਮੰਦਰ ਗਏ। ਹਾਂਜੀ ਬੱਚਿਓ। ਫਿਰ ਉਹਨਾਂ ਜਲਿਆਂਵਾਲਾ ਬਾਗ ਵੀ ਦੇਖਿਆ। ਫਿਰ ਉਹਨਾਂ ਜਲਿਆਂਵਾਲਾ ਬਾਗ ਵੀ ਦੇਖਿਆ। ਹਾਂਜੀ ਬੱਚਿਓ, ਹੁਣ ਅਗਲਾ ਵਾਕ ਦੇਖਦੇ ਹਾਂ। ਪ੍ਰਾਰਥਨਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਬੱਚੇ ਸਕੂਲ ਪਹੁੰਚ ਗਏ। ਇਸ ਵਾਕ ਨੂੰ ਪੜ੍ਹੀਏ। ਪ੍ਰਾਰਥਨਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਬੱਚੇ ਸਕੂਲ ਪਹੁੰਚ ਗਏ। ਆਓ ਇਸ ਦੀ ਦੁਹਰਾਈ ਕਰਦੇ ਹਾਂ। ਵਿਸਾਖੀ ਦਾ ਦਿਨ ਸੀ। ਹਰਪ੍ਰੀਤ ਅਤੇ ਗੁਰਪ੍ਰੀਤ ਵਿਸਾਖੀ ਦੇਖਣ ਅੰਮ੍ਰਿਤਸਰ ਗਈਆਂ। ਉਹ ਮਾਤਾ ਪਿਤਾ ਨਾਲ ਟਰੈਕਟਰ ਟਰਾਲੀ ਉੱਤੇ ਬੈਠ ਕੇ ਗਈਆਂ। ਉਹਨਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਫਿਰ ਉਹ ਦੁਰਗਿਆਣਾ ਮੰਦਰ ਗਏ। ਉਹਨਾਂ ਨੇ ਜਲਿਆਂਵਾਲਾ ਬਾਗ ਵੀ ਦੇਖਿਆ। ਠੀਕ ਹੈ ਬੱਚਿਓ, ਆ ਗਈ ਸਾਰੀ ਸਮਝ। ਪ੍ਰਾਰਥਨਾ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਬੱਚੇ ਸਕੂਲ ਪਹੁੰਚ ਗਏ। ਬੱਚਿਓ, ਕਰ ਲਈ ਸੈਰ, ਸਿੱਖ ਲੈ ਵਾਕ। ਬਿਲਕੁਲ। ਹੁਣ ਤੁਹਾਡਾ ਘਰ ਦਾ ਕੰਮ ਹੈ ਇਹਨਾਂ ਸਾਰੇ ਵਾਕਾਂ ਦੀ ਦੁਹਰਾਈ ਕਰਨੀ ਤੇ ਸੋਹਣੀ ਸੋਹਣੀ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਤੇ ਲਿਖਣਾ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ ਕਰਾਂਗੇ ਜਮਾਤ ਦੂਸਰੀ ਦਾ ਵਿਸ਼ਾ ਗਣਿਤ ਦਾ ਕੰਮ। ਪਿਆਰੇ ਬੱਚਿਓ, ਮੈਂ ਤੁਹਾਨੂੰ ਸਿਖਾਵਾਂਗੀ ਕਿ 2 ਅੰਕੀ ਸੰਖਿਆ ਦੇ ਵਿੱਚ 1 ਅੰਕੀ ਸੰਖਿਆ
ਕਿਵੇਂ ਜੋੜਨੀ ਹੈ। ਸੋ ਚਲੋ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਸੁਖਮਨ ਅਤੇ ਅਰਪਨ ਭੈਣ ਭਰਾ ਹਨ। ਦੋਵਾਂ ਦੇ ਦਾਦਾ ਜੀ ਦਾ ਜਨਮ ਦਿਨ ਹੈ। ਸੁਖਮਨ ਅਰਪਨ ਨੂੰ ਕਹਿੰਦਾ ਹੈ, ਚੱਲ ਅਰਪਨ, ਦਾਦਾ ਜੀ ਵਾਸਤੇ ਇੱਕ ਗ੍ਰੀਟਿੰਗ ਕਾਰਡ ਖਰੀਦਦੇ ਹਾਂ। ਪਿਆਰੇ ਬੱਚਿਓ, ਹੁਣ ਵੇਖਦੇ ਹਾਂ ਕਿ ਦੋਵਾਂ ਕੋਲ ਕਿੰਨੇ ਰੁਪਏ ਹਨ। ਸੁਖਮਨ ਦੀ ਜੇਬ 'ਚ ਕਿੰਨੇ ਰੁਪਏ ਹਨ? ਚਲੋ ਗਿਣਦੇ ਹਾਂ। 10, 20, 30, 31, 32, 33, 34, 35, 36। ਸੁਖਮਨ ਦੀ ਜੇਬ ਵਿੱਚ 36 ਰੁਪਏ ਹਨ। ਪਿਆਰੇ ਬੱਚਿਓ, ਹੁਣ ਵੇਖਦੇ ਹਾਂ ਕਿ ਅਰਪਨ ਦੇ ਪਰਸ ਵਿੱਚ ਕਿੰਨੇ ਰੁਪਏ ਹਨ। 1, 2, 3। ਅਰਪਨ ਦੇ ਪਰਸ ਵਿੱਚ 3 ਰੁਪਏ ਹਨ। ਪਿਆਰੇ ਬੱਚਿਓ, ਹੁਣ ਵੇਖਦੇ ਹਾਂ ਦੋਵਾਂ ਨੂੰ ਮਿਲਾ ਕੇ ਕਿੰਨੇ ਰੁਪਏ ਹਨ। ਇਸ ਵਾਸਤੇ ਅਸੀਂ ਸੁਖਮਨ ਦੇ ਰੁਪਏ ਤੇ ਅਰਪਨ ਦੇ ਰੁਪਏ ਇਕੱਠੇ ਗਿਣ ਲੈਨੇ ਹਾਂ। 10, 20, 30, 31, 32, 33, 34, 35, 36, 37, 38, 39। ਦੋਵਾਂ ਨੂੰ ਮਿਲਾ ਕੇ 39 ਰੁਪਏ ਹਨ। ਸੋ ਪਿਆਰੇ ਬੱਚਿਓ, ਇਸ ਦਾ ਭਾਵ ਹੈ 36 ਜਮਾ 3 ਬਰਾਬਰ ਹੈ 39। ਪਿਆਰੇ ਬੱਚਿਓ, ਸਾਨੂੰ ਸਭ ਨੂੰ ਪਤਾ ਹੈ ਸੁਖਮਨ ਦੀ ਜੇਬ ਵਿੱਚ 36 ਰੁਪਏ ਹਨ। ਅਸੀਂ ਇਹਨਾਂ ਵਿੱਚੋਂ ਇੱਕ ਇੱਕ ਦੇ ਨੋਟ ਅਲੱਗ ਕਰ ਲੈਨੇ ਹਾਂ। ਚਲੋ ਹੁਣ ਇਹਨਾਂ ਨੂੰ ਗਿਣਨਾ ਸ਼ੁਰੂ ਕਰਦੇ ਹਾਂ। 1, 2, 3, 4, 5, 6 ਭਾਵ 6 ਇਕਾਈਆਂ। ਪਿਆਰੇ ਬੱਚਿਓ, ਹੁਣ ਅਸੀਂ 10-10 ਦੇ ਨੋਟ ਗਿਣਦੇ ਹਾਂ। 1, 2, 3 ਭਾਵ 3 ਦਹਾਈਆਂ। ਪਿਆਰੇ ਬੱਚਿਓ, ਹੁਣ ਸਾਨੂੰ ਪਤਾ ਹੈ ਕਿ ਅਰਪਨ ਦੇ ਪਰਸ ਵਿੱਚ 3 ਰੁਪਏ ਹਨ। 1, 2, 3 ਭਾਵ 3 ਇਕਾਈਆਂ। ਬੱਚਿਓ, ਹੁਣ ਅਸੀਂ ਇਹਨਾਂ ਇਕਾਈਆਂ ਨੂੰ ਗਿਣ ਲੈਨੇ ਹਾਂ। 1, 2, 3, 4, 5, 6, 7, 8, 9 ਭਾਵ 9 ਇਕਾਈਆਂ। ਹੁਣ ਅਸੀਂ 10-10 ਦੇ ਨੋਟ ਗਿਣ ਲੈਨੇ ਹਾਂ। 1, 2, 3 ਭਾਵ 3 ਦਹਾਈਆਂ। ਸੋ ਪਿਆਰੇ ਬੱਚਿਓ, ਇਸ ਦਾ ਅਰਥ ਹੈ ਕਿ 36 ਜਮਾ 3 ਬਰਾਬਰ ਹੈ 39। ਸੋ ਇਸ ਦਾ ਹੱਲ ਹੋ ਗਿਆ 36 ਜਮਾ 3 ਬਰਾਬਰ 39। ਪਿਆਰੇ ਬੱਚਿਓ, ਅਸੀਂ ਇਸ ਸਵਾਲ ਨੂੰ 2 ਤਰੀਕਿਆਂ ਨਾਲ ਹੱਲ ਕਰ ਲਿਆ ਹੈ। ਹੁਣ ਅਸੀਂ ਇਸ ਨੂੰ ਤੀਸਰੇ ਤਰੀਕੇ ਨਾਲ ਹੱਲ ਕਰਾਂਗੇ। ਇਸ ਵਾਸਤੇ ਸਾਰੇ ਅੰਕਾਂ ਨੂੰ ਖਾਨਿਆਂ ਵਿੱਚ ਲਿਖ ਲਿਆ ਹੈ। 36 ਭਾਵ 6 ਇਕਾਈਆਂ 3 ਦਹਾਈਆਂ। 3 ਭਾਵ 3 ਇਕਾਈਆਂ 0 ਦਹਾਈਆਂ। ਪਿਆਰੇ ਬੱਚਿਓ, ਹੁਣ ਅਸੀਂ ਇਕਾਈਆਂ ਨੂੰ ਵੱਖ ਜੋੜ ਲੈਨੇ ਹਾਂ। 6 ਅਤੇ 3 9 ਇਕਾਈਆਂ ਭਾਵ 6 ਅਤੇ 3 9। ਹੁਣ ਅਸੀਂ ਦਹਾਈਆਂ ਨੂੰ ਜੋੜ ਲੈਨੇ ਹਾਂ। 3 ਦਹਾਈਆਂ 0 ਦਹਾਈਆਂ ਭਾਵ 3 ਦਹਾਈਆਂ। ਇੱਥੇ ਆਏਗਾ 3। 36 ਜਮਾ 3 ਕੀ ਉੱਤਰ ਆਇਆ? 39। 36 ਜਮਾ 3 ਬਰਾਬਰ ਹੈ
39। ਪਿਆਰੇ ਬੱਚਿਓ, ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਦਾ ਕੰਮ ਕੀ ਹੈ? ਤੁਸੀਂ ਗਣਿਤ ਦੀ ਪੁਸਤਕ ਚੋਂ ਪੰਨਾ ਨੰਬਰ 56 ਦਾ ਆਓ ਕਰੀਏ ਦਾ ਸਵਾਲ ਨੰਬਰ 7 ਹੱਲ ਕਰਨਾ ਹੈ। ਸੋ ਪਿਆਰੇ ਬੱਚਿਓ, ਧੰਨਵਾਦ। Hello children, today I have something very yummy for you. Look, I have so many fruits for you. Apple, mango, orange and many more. Children, do you like to eat fruits? Yes, ma'am. Very good. I also like to eat fruits. Children, today we will enjoy the rhyme fruits. Fresh fruits, fresh fruits. I have many. I have many. Apple, mango, banana and grapes. Do you want any? Do you want any? I want apple. I want mango. I want banana. I want grapes. Okay. Apple, mango, banana and grapes. Fresh fruits, fresh fruits. I have many. I have many. Orange, cherries, melon and dates. Do you want any? Do you want any? I want orange. I want cherries. I want melon. I want dates. Orange, melon, cherries and dates. I hope you all enjoyed the rhyme fruits. Now it's time to note down your homework. And for your homework, recite the rhyme fruits. Keep learning. Thank you. ਤੀਜੀ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ, ਤੁਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦਾ ਪਾਠ ਨੰਬਰ 8 ਦੇਖੋ, ਠਹਿਰੋ ਤੇ ਜਾਓ ਪੜ੍ਹ ਚੁੱਕੇ ਹੋ। ਅੱਜ ਆਪਾਂ ਇਸ ਪਾਠ ਦੇ ਪਾਠ ਅਭਿਆਸ ਵਿੱਚੋਂ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਕਰਾਂਗੇ। ਸਾਡਾ ਪਹਿਲਾ ਵਾਕ ਹੈ, ਚੌਕ ਦੀਆਂ ਬੱਤੀਆਂ ਸਾਡੀ ਖਾਲੀ ਥਾਂ ਲਈ ਹਨ। ਹਾਂਜੀ ਬੇਟਾ, ਇਸ ਖਾਲੀ ਥਾਂ ਵਿੱਚ ਭਰਨ ਲਈ ਸਾਡੇ ਕੋਲ ਦੋ ਸ਼ਬਦ ਹਨ। ਪਹਿਲਾ ਸ਼ਬਦ ਹੈ ਰੁਕਾਵਟ ਅਤੇ ਦੂਜਾ ਸ਼ਬਦ ਹੈ ਸਹੂਲਤ। ਹਾਂਜੀ ਬੇਟਾ, ਲਾਲ ਬੱਤੀ ਸਾਨੂੰ ਰੁਕ ਜਾਣ ਦਾ ਸੰਕੇਤ ਦਿੰਦੀ ਹੈ। ਪੀਲੀ ਬੱਤੀ ਸਾਨੂੰ ਤਿਆਰ ਹੋਣ ਦਾ ਸੰਕੇਤ ਦਿੰਦੀ ਹੈ ਅਤੇ ਹਰੀ ਬੱਤੀ ਸਾਨੂੰ ਚੱਲਣ ਦਾ ਸੰਕੇਤ ਦਿੰਦੀ ਹੈ। ਇਹ ਬੱਤੀਆਂ ਸਾਨੂੰ ਦੁਰਘਟਨਾਵਾਂ ਤੋਂ ਬਚਾਉਣ ਲਈ ਹਨ। ਇਸ ਲਈ ਸਾਡਾ ਉੱਤਰ ਹੈ ਸਹੂਲਤ। ਭਾਵ ਚੌਕ ਦੀਆਂ ਬੱਤੀਆਂ ਸਾਡੀ ਸਹੂਲਤ ਲਈ ਹਨ। ਸਾਨੂੰ ਹਮੇਸ਼ਾ ਆਪਣੇ ਖਾਲੀ ਥਾਂ ਹੱਥ ਤੁਰਨਾ ਚਾਹੀਦਾ ਹੈ। ਇਸ ਖਾਲੀ ਥਾਂ ਵਿੱਚ ਭਰਨ ਲਈ ਸਾਡੇ ਕੋਲ ਦੋ ਸ਼ਬਦ ਹਨ, ਸੱਜੇ ਜਾਂ ਫਿਰ ਖੱਬੇ। ਹਾਂਜੀ ਬੇਟਾ, ਤੁਸੀਂ ਦੱਸੋ ਕਿਹੜਾ ਸ਼ਬਦ ਆਏਗਾ? ਬਿਲਕੁਲ ਸਹੀ, ਖੱਬੇ। ਸੋ ਸਾਡਾ ਵਾਕ ਕੀ ਹੋਇਆ? ਸਾਨੂੰ ਹਮੇਸ਼ਾ ਆਪਣੇ ਖੱਬੇ ਹੱਥ
ਤੁਰਨਾ ਚਾਹੀਦਾ ਹੈ। ਸਾਡਾ ਤੀਜਾ ਵਾਕ ਹੈ ਜ਼ੈਬਰਾ ਕ੍ਰਾਸਿੰਗ ਖਾਲੀ ਥਾਂ ਦੇ ਲੰਘਣ ਲਈ ਹੁੰਦੀ ਹੈ। ਹਾਂਜੀ ਬੇਟਾ, ਸਾਡੇ ਕੋਲ ਦੋ ਉੱਤਰ ਹਨ। ਪਹਿਲਾ ਉੱਤਰ ਹੈ ਪੈਦਲ ਚੱਲਣ ਵਾਲਿਆਂ, ਦੂਜਾ ਉੱਤਰ ਹੈ ਰਿਕਸ਼ੇ ਵਾਲਿਆਂ। ਹਾਂਜੀ ਬੇਟਾ, ਦੱਸੋ ਸਹੀ ਉੱਤਰ ਕਿਹੜਾ ਹੈ? ਆਪਾਂ ਕਹਾਣੀ ਵਿੱਚ ਪੜ੍ਹਿਆ ਸੀ ਸਿਮਰਨ ਨੇ ਮੀਨੂ ਅਤੇ ਟਿੰਕੂ ਨੂੰ ਦੱਸਿਆ ਸੀ ਕਿ ਜ਼ੈਬਰਾ ਕ੍ਰਾਸਿੰਗ ਪੈਦਲ ਚੱਲਣ ਵਾਲਿਆਂ ਦੇ ਲੰਘਣ ਲਈ ਹੁੰਦੀ ਹੈ। ਸੋ ਸਾਡਾ ਉੱਤਰ ਹੋਵੇਗਾ ਪੈਦਲ ਚੱਲਣ ਵਾਲਿਆਂ। ਸੋ ਸਾਡਾ ਵਾਕ ਕੀ ਬਣਿਆ? ਜ਼ੈਬਰਾ ਕ੍ਰਾਸਿੰਗ ਪੈਦਲ ਚੱਲਣ ਵਾਲਿਆਂ ਦੇ ਲੰਘਣ ਲਈ ਹੁੰਦੀ ਹੈ। ਸਾਡਾ ਆਖਰੀ ਵਾਕ ਹੈ ਖਾਲੀ ਥਾਂ ਬੱਤੀ ਦੇਖ ਕੇ ਸਾਨੂੰ ਰੁਕ ਜਾਣਾ ਚਾਹੀਦਾ ਹੈ। ਹਾਂਜੀ, ਇਸ ਵਿੱਚ ਭਰਨ ਲਈ ਸ਼ਬਦ ਹਨ ਲਾਲ ਜਾਂ ਹਰੀ। ਹਾਂਜੀ ਬੇਟਾ, ਕਿਹੜੀ ਬੱਤੀ ਦੇਖ ਕੇ ਸਾਨੂੰ ਰੁਕ ਜਾਣਾ ਚਾਹੀਦਾ ਹੈ? ਬਿਲਕੁਲ ਸਹੀ, ਲਾਲ ਬੱਤੀ ਦੇਖ ਕੇ ਸਾਨੂੰ ਰੁਕ ਜਾਣਾ ਚਾਹੀਦਾ ਹੈ। ਹਾਂਜੀ, ਸਾਡਾ ਵਾਕ ਕੀ ਹੋਇਆ? ਸਾਡਾ ਵਾਕ ਹੋਇਆ ਲਾਲ ਬੱਤੀ ਦੇਖ ਕੇ ਸਾਨੂੰ ਰੁਕ ਜਾਣਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਸਮਾਂ ਹੈ ਅੱਜ ਦੇ ਘਰ ਦੇ ਕੰਮ ਦਾ। ਤੁਸੀਂ ਇਸ ਪਾਠ ਦੇ ਪਾਠ ਅਭਿਆਸ ਵਿੱਚੋਂ ਪੰਨਾ ਨੰਬਰ 41 ਉੱਪਰ ਦਰਜ ਖਾਲੀ ਥਾਵਾਂ ਭਰੋ ਨੂੰ ਆਪਣੀ ਕਾਪੀ ਵਿੱਚ ਸੁੰਦਰ ਲਿਖਾਈ ਵਿੱਚ ਲਿਖਣਾ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਤੀਜੀ ਜਮਾਤ ਦੇ ਗਣਿਤ ਦੀ ਦੁਨੀਆ ਦੇ ਪੇਜ ਨੰਬਰ 65 ਤੇ ਵਰਕਸ਼ੀਟ ਦਿੱਤੀ ਹੋਈ ਹੈ। ਉਸ ਦਾ ਸਵਾਲ ਨੰਬਰ 3, 4 ਅਤੇ 5 ਸਮਝਦੇ ਹਾਂ। ਆਓ ਸ਼ੁਰੂ ਕਰੀਏ ਸਵਾਲ ਨੰਬਰ 3। ਸਵਾਲ ਨੰਬਰ 3 ਹੈ ਜੋੜ ਕਰੋ। 4 ਸੈਂਕੜੇ ਜੋੜ 2 ਦਹਾਈਆਂ ਜੋੜ 3 ਇਕਾਈਆਂ ਅਤੇ 3 ਸੈਂਕੜੇ ਜੋੜ 2 ਇਕਾਈਆਂ। ਤਾਂ ਬੱਚਿਓ, ਆਪਾਂ ਇਹਨਾਂ ਸੰਖਿਆਵਾਂ ਦਾ ਜੋੜ ਕਰ ਲੈਂਦੇ ਹਾਂ। ਜੋ ਸਭ ਤੋਂ ਪਹਿਲੀ ਸੰਖਿਆ ਹੈ ਉਸ ਲਈ ਆਪਾਂ ਕਰੰਸੀ ਨੋਟ ਲੈ ਲੈਂਦੇ ਹਾਂ। ਪਹਿਲੀ ਸੰਖਿਆ ਹੈ ਆਪਣੇ ਕੋਲ 4 ਸੈਂਕੜੇ, ਤਾਂ ਉਸ ਲਈ ਆਪਾਂ 100 ਰੁਪਏ ਦੇ 4 ਨੋਟ ਲੈ ਲੈਂਦੇ ਹਾਂ। ਅਤੇ ਉਸ ਤੋਂ ਬਾਅਦ ਪਿਆਰੇ ਬੱਚਿਓ ਆਪਣੇ ਕੋਲ ਹੈ ਜੋੜ 2 ਦਹਾਈਆਂ, ਤਾਂ 10 ਰੁਪਏ ਦੇ 2 ਨੋਟ ਲੈ ਲੈਂਦੇ ਹਾਂ। ਅਤੇ ਜੋੜ 3 ਇਕਾਈਆਂ ਲਈ 1 ਰੁਪਏ ਦੇ 3 ਨੋਟ ਲੈ ਲੈਂਦੇ ਹਾਂ। ਜੋ ਦੂਸਰੀ ਸੰਖਿਆ ਆਪਣੇ ਕੋਲ 3 ਸੈਂਕੜੇ, ਤਾਂ ਪਿਆਰੇ ਬੱਚਿਓ ਇਹਨਾਂ ਲਈ ਆਪਾਂ 100 ਰੁਪਏ ਦੇ 3 ਨੋਟ ਹੋਰ ਲੈ ਲੈਂਦੇ ਹਾਂ। ਅਤੇ ਦਹਾਈਆਂ ਦੀ ਗਿਣਤੀ ਆਪਣੇ ਕੋਲ 0 ਹੈ। ਜੋੜ 2 ਇਕਾਈਆਂ, ਤਾਂ 1 ਰੁਪਏ ਦੇ 2 ਨੋਟ ਹੋਰ ਲੈ ਲੈਂਦੇ ਹਾਂ। ਹੁਣ ਪਿਆਰੇ ਬੱਚਿਓ ਇਹਨਾਂ ਦੀ ਆਪਾਂ ਜੋੜ ਕਰ ਲੈਂਦੇ ਹਾਂ ਇਹਨਾਂ ਦਾ। ਤਾਂ ਆਪਣੇ ਕੋਲੇ ਜੋ 100 ਰੁਪਏ ਦੇ 7 ਨੋਟ ਬਣ ਜਾਂਦੇ ਹਨ, ਯਾਨੀ ਕਿ 7 ਸੈਂਕੜੇ, ਤਾਂ ਇਹਨਾਂ ਨਾਲ 700 ਸੰਖਿਆ ਬਣ ਜਾਂਦੀ ਹੈ। 10 ਰੁਪਏ ਦੇ 2 ਨੋਟ ਹਨ, ਯਾਨੀ ਕਿ 2 ਦਹਾਈਆਂ। 2 ਦਹਾਈਆਂ ਨਾਲ ਸੰਖਿਆ 20 ਬਣ ਜਾਂਦੀ ਹੈ ਆਪਣੇ ਕੋਲ। ਤਾਂ ਪਿਆਰੇ ਬੱਚਿਓ ਇਸੇ ਤਰ੍ਹਾਂ 1 ਰੁਪਏ ਦੇ 5 ਨੋਟ ਹਨ ਆਪਣੇ ਕੋਲ। 5 ਇਕਾਈਆਂ ਹਨ, 5 ਇਕਾਈਆਂ ਨਾਲ 5 ਸੰਖਿਆ ਬਣ ਜਾਂਦੀ ਹੈ। ਤਾਂ ਆਪਣੇ ਕੋਲੇ ਸੰਖਿਆ 725 ਪ੍ਰਾਪਤ ਹੋ ਗਈ ਹੈ ਜੋੜ ਕਰਕੇ। ਅੱਗੇ ਕਰਦੇ ਹਾਂ ਸਵਾਲ ਨੰਬਰ 4। ਸੰਖਿਆ ਤੋੜ ਕੇ ਜੋੜ ਪਤਾ ਕਰੋ। ਇਸ ਦਾ ਪਹਿਲਾ ਸਵਾਲ ਹੈ 55 ਜੋੜ 42। ਤਾਂ ਬੱਚਿਓ 55 ਦੇ ਵਿੱਚ ਆਪਾਂ 42 ਨੂੰ ਜੋੜਨਾ ਹੈ। ਤਾਂ 42 ਨੂੰ ਸਭ ਤੋਂ ਪਹਿਲਾਂ ਆਪਾਂ ਵੱਖ-ਵੱਖ ਭਾਗਾਂ ਵਿੱਚ ਤੋੜ ਲਵਾਂਗੇ। 10 ਦੇ ਉਹਦੇ ਹਿੱਸੇ ਕਰ ਲੈਂਦੇ ਹਾਂ। 42 ਦੇ ਹਿੱਸੇ ਕਰ ਲੈਂਦੇ ਹਾਂ 10, 1 10 ਅਤੇ 2 10 20 ਹੋ ਗਏ ਨੇ। ਇਸ ਤੋਂ ਬਾਅਦ ਬੱਚਿਓ ਇੱਕ ਹੋਰ 3 10 30 ਬਣ ਗਈ ਹੈ ਸੰਖਿਆ। ਤਾਂ 42 ਦਾ ਇੱਕ ਹੋਰ ਆਪਾਂ 10 ਬਣਾ ਲੈਂਦੇ ਹਾਂ ਹਿੱਸਾ। 4 10 40 ਅਤੇ 2 ਉੱਪਰ ਹਨ, ਇਸ ਲਈ 1 2 ਲਿਖ ਲੈਂਦੇ ਹਾਂ। 40 2 42 ਦੇ ਇਸ ਤਰ੍ਹਾਂ ਆਪਾਂ ਵੱਖ-ਵੱਖ ਹਿੱਸੇ ਕਰ ਲਏ। ਹੁਣ ਬੱਚਿਓ ਜੋ ਆਪਣੇ ਕੋਲ ਪਹਿਲਾ 10 ਹੈ ਉਸ ਨੂੰ ਆਪਾਂ 55 ਵਿੱਚ ਜੋੜ ਲੈਂਦੇ ਹਾਂ। 55 ਤੋਂ ਸਿੱਧੀ ਗਿਣਤੀ ਕਰਦੇ ਹੋਏ ਅੱਗੇ ਵੱਲ 10 ਤੱਕ ਆਪਾਂ ਗਿਣਾਂਗੇ ਤਾਂ ਸੰਖਿਆ ਆਪਣੇ ਕੋਲੇ 65 ਬਣ ਜਾਂਦੀ ਹੈ। ਇਸੇ ਪ੍ਰਕਾਰ ਪਿਆਰੇ ਬੱਚਿਓ ਹੁਣ ਆਪਾਂ ਦੂਸਰਾ 10 65 ਵਿੱਚ ਜੋੜ ਲੈਂਦੇ ਹਾਂ। ਤਾਂ 65 ਤੋਂ ਹੁਣ ਅੱਗੇ ਵੱਲ ਨੂੰ ਸਿੱਧੀ ਗਿਣਤੀ ਗਿਣਦੇ ਹੋਏ 10 ਤੱਕ ਸੰਖਿਆ ਗਿਣਾਂਗੇ ਤਾਂ 75 ਸੰਖਿਆ ਬਣ ਜਾਂਦੀ ਹੈ। ਹੁਣ ਬੱਚਿਓ ਆਪਾਂ ਤੀਸਰਾ 10 75 ਵਿੱਚ ਜੋੜ ਲੈਂਦੇ ਹਾਂ। ਤਾਂ 75 ਤੋਂ ਅੱਗੇ ਵੱਲ ਨੂੰ ਸਿੱਧੀ ਗਿਣਤੀ 10 ਹੋਰ ਗਿਣਾਂਗੇ ਤਾਂ ਆਪਣੇ ਕੋਲ 85 ਸੰਖਿਆ ਬਣ ਜਾਂਦੀ ਹੈ। ਅੱਗੇ ਬੱਚਿਓ ਆਪਣੇ ਕੋਲ ਚੌਥਾ 10 ਲੈ ਲੈਂਦੇ ਹਾਂ, ਉਹ ਜੋੜ ਲੈਂਦੇ ਹਾਂ ਇਸ ਵਿੱਚ। ਤਾਂ 85 ਤੋਂ 10 ਅੱਗੇ ਵੱਲ ਨੂੰ ਗਿਣਾਂਗੇ ਸਿੱਧੀ ਗਿਣਤੀ ਤਾਂ ਆਪਣੇ ਕੋਲ 95 ਸੰਖਿਆ ਬਣ ਜਾਂਦੀ ਹੈ। ਤਾਂ
ਹੁਣ ਪਿਆਰੇ ਬੱਚੋ 2 ਆਪਣੇ ਕੋਲੇ ਸੰਖਿਆ ਉਹ ਵੀ ਜੋੜ ਲੈਂਦੇ ਹਾਂ ਤਾਂ 95 ਤੋਂ ਜਦੋਂ ਅੱਗੇ ਵੱਲ ਆਪਾਂ ਜੋੜਾਂਗੇ, ਅੱਗੇ ਵੱਲ ਗਿਣਾਂਗੇ 2 ਤਾਂ ਸੰਖਿਆ 97 ਆ ਜਾਂਦੀ ਹੈ। ਇਸ ਤਰ੍ਹਾਂ 55 ਦੇ ਵਿੱਚ 42 ਜੋੜਨ ਨਾਲ ਆਪਣੇ ਕੋਲ 97 ਸੰਖਿਆ ਆ ਜਾਂਦੀ ਹੈ। ਅੱਗੇ ਚੱਲਦੇ ਹਾਂ। ਸਵਾਲ ਨੰਬਰ 5, ਸੰਖਿਆ ਤੋੜ ਕੇ ਘਟਾਓ ਕਰੋ। ਇਸ ਦਾ ਪਹਿਲਾ ਸਵਾਲ ਕਰਦੇ ਹਾਂ ਬੱਚਿਓ, 78 ਘਟਾਓ 20। ਤਾਂ ਬੱਚਿਓ ਸਭ ਤੋਂ ਪਹਿਲਾਂ ਆਪਾਂ ਕਿਸ ਦੇ ਟੁਕੜੇ ਕਰਾਂਗੇ? ਤੋੜਾਂਗੇ ਕਿਸ ਨੂੰ? 20 ਨੂੰ। ਜੀ ਹਾਂ, 20 ਨੂੰ ਤੋੜ ਲੈਂਦੇ ਹਾਂ। 10 ਦੇ 2 ਹਿੱਸੇ ਬਣਾ ਲੈਂਦੇ ਹਾਂ। 20 ਦੇ ਤੋੜ ਕੇ 10 ਅਤੇ ਦੂਸਰਾ ਵੀ 10। ਤਾਂ ਹੁਣ ਬੱਚਿਓ ਆਪਾਂ 78 ਵਿੱਚੋਂ 20 ਸੰਖਿਆ ਘਟਾਉਣੀ ਹੈ ਤਾਂ 78 ਤੋਂ ਪੁੱਠੀ ਗਿਣਤੀ ਕਰਦੇ ਹੋਏ ਪਿੱਛੇ ਵੱਲ ਨੂੰ ਚੱਲਣਾ ਹੈ। ਸਭ ਤੋਂ ਪਹਿਲਾਂ 78 ਵਿੱਚੋਂ 10 ਘਟਾ ਲੈਂਦੇ ਹਾਂ। 78 ਤੋਂ ਜਦੋਂ ਪਿੱਛੇ ਵੱਲ ਨੂੰ ਪੁੱਠੀ ਗਿਣਤੀ ਕਰਦੇ ਹੋਏ ਆਪਾਂ 10 ਤੱਕ ਸੰਖਿਆ ਗਿਣਾਂਗੇ ਤਾਂ ਆਪਣੇ ਕੋਲੇ ਸੰਖਿਆ 68 ਆ ਜਾਂਦੀ ਹੈ। ਇਸੇ ਪ੍ਰਕਾਰ ਆਪਾਂ ਦੂਜਾ 10 ਹੈ ਉਹ 68 ਵਿੱਚੋਂ ਘਟਾ ਲੈਂਦੇ ਹਾਂ ਤਾਂ 68 ਤੋਂ ਪੁੱਠੀ ਗਿਣਤੀ ਗਿਣਦੇ ਹੋਏ ਪਿੱਛੇ ਵੱਲ ਜਾਵਾਂਗੇ 10 ਸੰਖਿਆ ਤਾਂ 58 ਸੰਖਿਆ ਆਪਣੇ ਕੋਲ ਆ ਜਾਂਦੀ ਹੈ। ਤਾਂ ਹੁਣ ਪਿਆਰੇ ਬੱਚਿਓ 78 ਵਿੱਚੋਂ 20 ਘਟਾ ਕੇ ਆਪਣੇ ਕੋਲੇ 58 ਸੰਖਿਆ ਆ ਜਾਂਦੀ ਹੈ। ਤਾਂ ਬੱਚਿਓ ਇਹ ਵਰਕਸ਼ੀਟ ਪੇਜ ਨੰਬਰ 65 ਤੇ ਹੈ ਜੋ ਇਸ ਦੇ ਪਹਿਲੇ 5 ਸਵਾਲ ਤੁਸੀਂ ਕਾਪੀਆਂ ਤੇ ਸਾਫ਼-ਸਾਫ਼ ਕਰਨੇ ਹਨ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਬਾਏ ਬਾਏ। Hello kids! Today we will learn the use of was and were. W-E-R-E. Were. Not where. It is were. We use was and were for the past. We have already learnt about past with the help of these clocks. Let's make sentences to understand the use of was and were. He was eating. He was. He was eating. We use was for singular. Singular means one in number. He was eating. She was eating. He for male gender and she for female gender. Now they are 2 in number. So we use were in place of was. Were for plural means more than one. Were can be used for 2 or more. They were eating. Now let's look at one more example. Tell me what to write here. I were writing or I was writing. I means me. I am 1 in number. So we will use was here. I was writing. I and you means we. We were writing. Moving on. Amar was reading. Here Harnoor was reading. Harnoor is singular means 1 in number. That's why here we have used was. Now they are 2 in number. So we will use were here. They were reading. Till now we have learnt that we use was with singular like he, she, I, noun singular, and were with plural like we, they, noun plural. Tomorrow we will learn how to use was and were with it and you. It's time for
homework. Note down these blanks in your notebook and complete them by using was or were. Bye bye. See you soon. ਵਿਸ਼ਾ ਵਾਤਾਵਰਣ ਸਿੱਖਿਆ ਜਮਾਤ ਤੀਸਰੀ। ਪਾਠ 9ਵਾਂ ਭੋਜਨ ਪਕਾਈਏ ਅਤੇ ਖਾਈਏ। ਤੀਜੀ ਜਮਾਤ ਦੇ ਪਿਆਰੇ ਵਿਦਿਆਰਥੀਓ, ਪਿਛਲੇ ਪਾਠਾਂ ਵਿੱਚ ਤੁਸੀਂ ਇਹ ਦੇਖ ਵੀ ਚੁੱਕੇ ਹੋ ਤੇ ਇਹ ਸਮਝ ਵੀ ਚੁੱਕੇ ਹੋ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਵੱਖ-ਵੱਖ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਹਵਾ, ਪਾਣੀ ਅਤੇ ਭੋਜਨ। ਆਓ ਬੱਚਿਓ, ਅੱਜ ਅਸੀਂ ਭੋਜਨ ਬਾਰੇ ਹੋਰ ਵਿਸਤਾਰ ਵਿੱਚ ਜਾਣੀਏ। ਪਾਠ ਦੇ ਪਿਛਲੇ ਹਿੱਸੇ ਵਿੱਚ ਤੁਸੀਂ ਇਹ ਸਮਝ ਚੁੱਕੇ ਹੋ ਕਿ ਸਾਡੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਭੋਜਨ ਪੈਦਾ ਹੁੰਦਾ ਹੈ। ਇਸ ਕਰਕੇ ਉੱਥੋਂ ਦੇ ਰਹਿਣ ਵਾਲੇ ਲੋਕ ਉਸ ਅਨੁਸਾਰ ਹੀ ਆਪਣੀਆਂ ਭੋਜਨ ਆਦਤਾਂ ਬਣਾ ਲੈਂਦੇ ਹਨ। ਜਿਵੇਂ ਅਸੀਂ ਪੰਜਾਬ ਵਿੱਚ ਜ਼ਿਆਦਾ ਕਣਕ ਖਾਂਦੇ ਹਾਂ। ਪੱਛਮੀ ਬੰਗਾਲ ਦੇ ਲੋਕ ਚਾਵਲਾਂ ਦੀ ਖੇਤੀ ਹੋਣ ਕਾਰਨ ਚਾਵਲ ਅਤੇ ਸਮੁੰਦਰ ਦੇ ਨੇੜੇ ਰਹਿਣ ਵਾਲੇ ਮੱਛੀ ਖਾਂਦੇ ਹਨ। ਪਿਆਰੇ ਵਿਦਿਆਰਥੀਓ, ਤੁਸੀਂ ਵੀ ਰੋਜ਼ ਭੋਜਨ ਕਰਦੇ ਹੋਵੋਗੇ, ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਭੋਜਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ? ਬੱਚਿਓ, ਤੁਹਾਨੂੰ ਸਭ ਨੂੰ ਖੇਡਣਾ ਵੀ ਬਹੁਤ ਚੰਗਾ ਲੱਗਦਾ ਹੋਵੇਗਾ, ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਤੁਹਾਨੂੰ ਖੇਡਣ ਦੇ ਲਈ ਊਰਜਾ ਕਿੱਥੋਂ ਪ੍ਰਾਪਤ ਹੁੰਦੀ ਹੈ? ਬਿਲਕੁਲ ਸਹੀ ਸੋਚ ਰਹੇ ਹੋ ਬੱਚਿਓ, ਸਾਨੂੰ ਖੇਡਣ ਦੇ ਲਈ ਊਰਜਾ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਭੋਜਨ ਵਿੱਚ ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਦੇ ਵਾਧੇ ਵਿੱਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਭੋਜਨ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਅਗਰ ਅਸੀਂ ਭੋਜਨ ਨਾ ਕਰਾਂਗੇ ਤਾਂ ਸਾਡਾ ਜਿਹੜਾ ਸਰੀਰ ਹੈ ਉਹ ਕਮਜ਼ੋਰ ਹੋ ਜਾਏਗਾ ਤੇ ਅਸੀਂ ਬਿਮਾਰ ਵੀ ਹੋ ਸਕਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਅੱਜ ਤੁਸੀਂ ਭੋਜਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਬਾਰੇ ਸਮਝ ਚੁੱਕੇ ਹੋਵੋਗੇ ਕਿ ਭੋਜਨ ਸਾਨੂੰ ਵੱਖ-ਵੱਖ ਕੰਮ ਕਰਨ ਲਈ ਊਰਜਾ ਦਿੰਦਾ ਹੈ ਤੇ ਇਹ ਸਾਡੇ ਸਰੀਰ ਦੇ ਵਾਧੇ ਵਿੱਚ ਵੀ ਸਾਡੀ ਸਹਾਇਤਾ ਕਰਦਾ ਹੈ। ਤੇ ਇਸ ਤੋਂ ਇਲਾਵਾ ਭੋਜਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਸੋ ਬੱਚਿਓ, ਤੁਹਾਡਾ ਘਰ ਦਾ ਕੰਮ ਇਹ ਹੈ, ਤੁਸੀਂ ਆਪਣੀ ਕਾਪੀ ਉੱਤੇ ਭੋਜਨ ਦੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਬਾਰੇ ਲਿਖਣਾ ਹੈ। मेरी तीजी जमात दे बहुत ही प्यारे बच्चियों, प्यार भरी सत श्री अकाल जी। प्यारे बच्चियों, तुसी देखिया मनदीप ते करमवीर दोवें भैन भरा एक दूजे नूं किन्ना प्यार करदे हन, एक दूजे दा किन्ना सत्कार करदे हन, हर काम दे विच एक दूजे दी सहायता करदे हन। बच्चियों, असी इस कहानी दे विचों ही कुछ प्रश्नां नूं हल करदे हां। तुहाडी पाठ पुस्तक दे पन्ना नंबर 24 उपर दिते गए भाग आड़ा सही उत्तर ते ठीक दा निशान लगाओ। पहला प्रश्न है जी, ਕੁੜੀਆਂ ਕਿਹੜੇ-ਕਿਹੜੇ ਕੰਮ ਕਰ ਸਕਦੀਆਂ ਹਨ? ਇਹਨਾਂ ਦੇ ਆਪਸ਼ਨ ਹਨ ਜੀ, ਨੰਬਰ 1 ਪੜ੍ਹਾਈ, ਨੰਬਰ 2 ਨੌਕਰੀ, ਨੰਬਰ 3 ਘਰ ਦਾ ਕੰਮ, ਨੰਬਰ 4 ਸਾਰੇ। ਦੱਸੋ ਬੱਚਿਓ ਫਿਰ। ਬੱਚਿਓ, ਕੁੜੀਆਂ ਪੜ੍ਹਾਈ ਲਿਖਾਈ, ਨੌਕਰੀ ਤੇ ਘਰ ਦਾ ਕੰਮ ਸਾਰਾ ਕੁਝ ਕਰਦੀਆਂ ਹਨ। ਅਸੀਂ ਆਪਸ਼ਨ 4 ਭਾਵ ਸਾਰੇ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਜੀ। ਅਗਲਾ ਪ੍ਰਸ਼ਨ ਹੈ ਜੀ, ਜੇ ਪੁੱਤਰ ਮਿੱਠੜੇ ਮੇਵੇ ਨੇ ਤਾਂ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ ਨੇ। ਇਹ ਕਹਾਵਤ ਕਿਸ ਨੇ ਆਖੀ ਸੀ? ਦੱਸੋ ਬੱਚਿਓ ਜੀ। ਇਹਨਾਂ ਦੇ ਵਿਕਲਪ ਹਨ ਸਾਡੇ ਕੋਲ, ਮਾਤਾ ਜੀ, ਪਿਤਾ ਜੀ ਨੇ, ਦਾਦਾ ਜੀ ਨੇ, ਦਾਦੀ ਜੀ ਨੇ। ਬੱਚਿਓ, ਅਸੀਂ ਕਹਾਣੀ ਵਿੱਚ ਪੜ੍ਹਿਆ ਸੀ ਨਾ, ਮਾਤਾ ਜੀ ਨੇ ਕਮਰੇ ਵਿੱਚ ਆ ਕੇ ਕਿਹਾ ਸੀ, ਜੇ ਪੁੱਤਰ ਮਿੱਠੜੇ ਮੇਵੇ ਨੇ ਤਾਂ ਧੀਆਂ ਵੀ ਮਿਸ਼ਰੀ ਦੀਆਂ ਡਲੀਆਂ ਹਨ। ਸੋ ਅਸੀਂ ਪਹਿਲੇ ਵਿਕਲਪ ਮਾਤਾ ਜੀ ਨੇ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਜੀ। ਅਗਲਾ ਪ੍ਰਸ਼ਨ ਹੈ ਜੀ, ਸਾਨੂੰ ਕਿਸ ਗੱਲੋਂ ਭੇਦਭਾਵ ਨਹੀਂ ਕਰਨਾ ਚਾਹੀਦਾ? ਇਹਨਾਂ ਦੇ ਵਿਕਲਪ ਹਨ ਸਾਡੇ ਕੋਲ ਜੀ, ਰੰਗ ਰੂਪ, ਜਾਤ ਪਾਤ, ਧਰਮ,
ਕਿਸੇ ਨਾਲ ਵੀ ਨਹੀਂ। ਬੱਚਿਓ, ਸਾਨੂੰ ਰੰਗ ਰੂਪ, ਜਾਤ ਪਾਤ, ਧਰਮ ਕਿਸੇ ਵੀ ਤਰੀਕੇ ਨਾਲ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ। ਸਾਰੇ ਮਨੁੱਖ ਬਰਾਬਰ ਹੁੰਦੇ ਹਨ। ਸੋ ਬੱਚਿਓ, ਅਸੀਂ ਵਿਕਲਪ 4 ਕਿਸੇ ਨਾਲ ਵੀ ਨਹੀਂ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਜੀ। ਅੱਗੇ ਹੈ ਜੀ, ਸਾਨੂੰ ਕਿਸ ਨੂੰ ਪਿਆਰ ਕਰਨਾ ਚਾਹੀਦਾ ਹੈ? ਪੰਛੀ, ਜਾਨਵਰ, ਇਨਸਾਨ, ਸਾਰਿਆਂ ਨਾਲ। ਬੱਚਿਓ, ਸਾਨੂੰ ਪੰਛੀ, ਜਾਨਵਰ, ਇਨਸਾਨ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਸਾਡਾ ਸਹੀ ਉੱਤਰ ਹੈ ਜੀ ਸਾਰਿਆਂ ਨਾਲ। ਅੱਗੇ ਹੈ ਜੀ, ਸਾਨੂੰ ਕਿਸ ਦਾ ਆਦਰ ਕਰਨਾ ਚਾਹੀਦਾ ਹੈ? ਵੱਡਿਆਂ ਦਾ, ਛੋਟਿਆਂ ਦਾ, ਹਾਣੀਆਂ ਦਾ, ਸਾਰਿਆਂ ਦਾ। ਬੱਚਿਓ, ਸਾਨੂੰ ਵੱਡਿਆਂ, ਛੋਟਿਆਂ, ਹਾਣੀਆਂ ਸਾਰਿਆਂ ਦਾ ਹੀ ਆਦਰ ਕਰਨਾ ਚਾਹੀਦਾ ਹੈ। ਸੋ ਸਹੀ ਉੱਤਰ ਹੈ ਜੀ ਸਾਰਿਆਂ ਦਾ। ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ। ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਨੂੰ ਆਪਣੀ ਕਾਪੀ ਦੇ ਉੱਪਰ ਸੋਹਣਾ ਸੋਹਣਾ ਕਰਕੇ ਲਿਖਣਾ ਹੈ ਤੇ ਪਾਠ ਪੁਸਤਕ ਦੇ ਉੱਤੇ ਵੀ ਹੱਲ ਕਰਨਾ ਹੈ। ਧੰਨਵਾਦ ਜੀ। ਜਮਾਤ ਚੌਥੀ, ਵਿਸ਼ਾ ਪੰਜਾਬੀ, ਪਾਠ 8, ਕਵਿਤਾ ਬੁੱਝ ਤੂੰ ਮੇਰੀ ਬਾਤ। ਬੱਚਿਓ, ਬਾਤ ਤਾਂ ਤੁਸੀਂ ਸਭ ਨੇ ਬੁੱਝ ਹੀ ਲਈ ਹੈ। ਸਭ ਨੂੰ ਪਤਾ ਲੱਗ ਗਿਆ ਹੈ ਕਿ ਇਹ ਕੰਪਿਊਟਰ ਹੁੰਦਾ ਹੈ। ਬੱਚਿਓ, ਕਵਿਤਾ ਗਾ ਕੇ ਪੜ੍ਹੀ ਜਾਂਦੀ ਹੈ। ਹਰ ਇੱਕ ਕਵਿਤਾ ਵਿੱਚ ਲੈਅ ਹੁੰਦੀ ਹੈ। ਕੋਈ ਵੀ ਕਵਿਤਾ ਜਿਸ ਨੂੰ ਅਸੀਂ ਗਾ ਸਕਦੇ ਹਾਂ, ਉਸ ਦੇ ਅਖੀਰ ਵਿੱਚ ਜੋ ਸ਼ਬਦ ਹੁੰਦੇ ਹਨ ਉਹਨਾਂ ਨੂੰ ਤੁਕਾਂ ਸ਼ਬਦ ਕਹਿੰਦੇ ਹਨ, ਤਾਂ ਜੋ ਕਵਿਤਾ ਰਸਮਈ ਅਤੇ ਲੈਮਈ ਹੋ ਜਾਵੇ। ਅਸੀਂ ਉਸ ਕਵਿਤਾ ਨੂੰ ਗਾ ਸਕੀਏ ਅਤੇ ਉਸ ਦਾ ਆਨੰਦ ਮਾਣ ਸਕੀਏ। ਆਓ ਬੱਚਿਓ, ਇਸ ਕਵਿਤਾ ਵਿੱਚ ਤੁਕਾਂਤ ਸ਼ਬਦ ਨਾਲ ਮਿਲਦੇ ਹੋਰ ਸ਼ਬਦਾਂ ਦੀ ਜਾਣਕਾਰੀ ਹਾਸਲ ਕਰੀਏ। ਪਿਆਰੇ ਬੱਚਿਓ, ਜਿਵੇਂ ਤੁਸੀਂ ਕਵਿਤਾ ਵਿੱਚ ਪੜ੍ਹਿਆ ਹੈ, ਦੀਪੀ ਕਹਿੰਦਾ ਸੁਣੋ ਏ ਜੀਤੀ, ਬੁੱਝ ਤੂੰ ਮੇਰੀ ਬਾਤ, ਐਸੀ ਇੱਕ ਮਸ਼ੀਨ ਉਹ ਕਿਹੜੀ ਜੋ ਬੰਦੇ ਲਈ ਦਾਤ। ਤਾਂ ਪਤਾ ਲੱਗਿਆ ਬੱਚਿਓ ਕਿਹੜੇ ਸ਼ਬਦ ਨੇ? ਜੀ ਹਾਂ, ਲੈਆਤਮਕ ਸ਼ਬਦ, ਭਾਵ ਇੱਕੋ ਜਿਹੀ ਆਵਾਜ਼ ਵਾਲੇ ਸ਼ਬਦ। ਹੁਣ ਅਸੀਂ ਬਾਤ ਅਤੇ ਦਾਤ ਨਾਲ ਮਿਲਦੇ ਜੁਲਦੇ ਹੋਰ ਸ਼ਬਦ ਲੱਭਾਂਗੇ। ਤਾਂ ਪਹਿਲਾ ਸ਼ਬਦ ਹੈ ਮਾਤ, ਭਾਵ ਜਿੱਤ ਪ੍ਰਾਪਤ ਕਰ ਲੈਣਾ ਜਾਂ ਹਰਾ ਦੇਣਾ। ਦੂਸਰਾ ਸ਼ਬਦ ਹੈ ਧਾਤ, ਲੋਹਾ, ਸਟੀਲ ਅਤੇ ਚਾਂਦੀ ਆਦਿ ਸਭ ਧਾਤਾਂ ਹਨ ਬੱਚਿਓ। ਤੀਸਰਾ ਸ਼ਬਦ ਹੈ ਝਾਤ, ਵੇਖਣਾ, ਭਾਵ ਝਾਤੀ ਮਾਰਨਾ। ਇੱਕ ਹੋਰ ਸ਼ਬਦ ਹੈ ਬੱਚਿਓ ਰਾਤ, ਭਾਵ ਦਿਨ ਦਾ ਉਲਟ। ਤਾਂ ਸਾਨੂੰ ਪਤਾ ਲੱਗ ਗਿਆ ਹੈ ਬੱਚਿਓ ਕਿ ਬਾਤ ਅਤੇ ਦਾਤ ਨਾਲ ਹੋਰ ਕਿਹੜੇ-ਕਿਹੜੇ ਸ਼ਬਦ ਮਿਲਦੇ ਹਨ। ਆਓ ਇੱਕ ਵਾਰ ਵੇਖੀਏ। ਬਾਤ, ਦਾਤ, ਮਾਤ, ਧਾਤ, ਝਾਤ, ਰਾਤ। ਆਓ ਹੁਣ ਕਵਿਤਾ ਦੀਆਂ ਅਗਲੀਆਂ ਸਤਰਾਂ ਪੜ੍ਹੀਏ। ਉਹ ਕੇਵਲ ਨਾ ਗਿਣ ਨਾ ਜਾਣੇ, ਅੱਖਰ ਜੋੜ ਵੀ ਸਕਦੀ, ਜੋੜ ਘਟਾ ਤੇ ਗੁਣਾ ਵੰਡ ਤਾਂ ਭਲਾਂ ਛਿਣਾਂ ਵਿੱਚ ਕਰਦੀ। ਬੱਚਿਓ, ਸਾਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਸਤਰਾਂ ਵਿੱਚੋਂ ਇੱਕੋ ਜਿਹੀ ਆਵਾਜ਼, ਭਾਵ ਲੈਆਤਮਕ ਸ਼ਬਦ ਕਿਹੜੇ ਹਨ। ਤਾਂ ਹੁਣ ਅਸੀਂ ਕਰਦੀ ਨਾਲ ਮਿਲਦੇ ਜੁਲਦੇ ਹੋਰ ਸ਼ਬਦ ਲੱਭਦੇ ਹਾਂ। ਪਹਿਲਾ ਸ਼ਬਦ ਹੈ ਕਰਦੀ, ਭਾਵ ਘਰੇ ਬਣੀ ਹੋਈ, ਜੋ ਸਾਡੇ ਘਰ ਵਿੱਚ ਹੈ। ਅਗਲਾ ਸ਼ਬਦ ਹੈ ਬੱਚਿਓ ਡਰਦੀ, ਭਾਵ ਡਰ ਜਾਣਾ। ਤਾਂ ਇੱਕ ਹੋਰ ਸ਼ਬਦ ਹੈ ਬੱਚਿਓ ਵਰਦੀ, ਇੱਕ ਵਿਸ਼ੇਸ਼ ਤਰ੍ਹਾਂ ਦਾ ਪਹਿਰਾਵਾ ਜੋ ਅਸੀਂ ਸਕੂਲ ਜਾਂ ਦਫ਼ਤਰ ਜਾਣ ਸਮੇਂ ਪਹਿਨਦੇ ਹਾਂ। ਤਾਂ ਅਗਲਾ ਸ਼ਬਦ ਹੈ ਬੱਚਿਓ ਭਰਦੀ, ਭਾਵ ਖਾਲੀ ਚੀਜ਼ ਦਾ ਭਰ ਜਾਣਾ। ਤਾਂ ਸਾਨੂੰ ਪਤਾ ਲੱਗ ਗਿਆ ਹੈ ਕਿ ਕਰਦੀ ਨਾਲ ਕਿਹੜੇ-ਕਿਹੜੇ ਸ਼ਬਦ ਮਿਲਦੇ ਹਨ। ਤਾਂ ਇੱਕ ਵਾਰ ਫਿਰ ਪੜ੍ਹਦੇ ਹਾਂ। ਕਰਦੀ, ਡਰਦੀ, ਵਰਦੀ, ਭਰਦੀ। ਹੁਣ ਅਸੀਂ ਕਵਿਤਾ ਦੀਆਂ ਅਗਲੀਆਂ ਸਤਰਾਂ ਪੜ੍ਹਦੇ ਹਾਂ। ਅੱਜ ਕੱਲ ਤਾਂ ਸਿੱਖਣਾ ਇਸ ਨੂੰ ਹੋਇਆ ਬੜਾ ਜ਼ਰੂਰੀ, ਨਹੀਂ ਤਾਂ ਅੱਜ ਕੱਲ ਸਿੱਖਿਆ ਇਸ ਦੇ ਬਾਝੋਂ ਰਹੇ ਅਧੂਰੀ। ਬੱਚਿਓ, ਅਸੀਂ ਵੇਖਦੇ ਹਾਂ ਕਿ ਇਹਨਾਂ ਸਤਰਾਂ ਵਿੱਚ ਜ਼ਰੂਰੀ ਅਤੇ ਅਧੂਰੀ ਦੋ ਲੈਆਤਮਕ ਸ਼ਬਦ ਹਨ, ਭਾਵ ਇੱਕੋ ਜਿਹੀ ਆਵਾਜ਼ ਵਾਲੇ ਸ਼ਬਦ। ਆਓ ਹੁਣ ਅਸੀਂ ਜ਼ਰੂਰੀ ਸ਼ਬਦ ਨਾਲ ਮਿਲਦੇ ਹੋਰ ਸ਼ਬਦ ਲੱਭੀਏ। ਪਹਿਲਾ ਸ਼ਬਦ ਹੈ ਪੂਰੀ, ਜਿਸ ਵਿੱਚ ਕੋਈ ਘਾਟ ਨਾ ਹੋਵੇ। ਅਗਲਾ ਸ਼ਬਦ ਹੈ ਬੱਚਿਓ ਚੂਰੀ, ਜੋ ਤੁਹਾਡੇ ਮਾਤਾ ਜੀ ਜਾਂ ਦਾਦੀ ਜੀ ਦੇਸੀ ਘਿਓ ਅਤੇ ਸ਼ੱਕਰ ਵਿੱਚ ਕੁੱਟ ਕੇ ਖਵਾਉਂਦੇ ਹਨ। ਤੀਸਰਾ ਸ਼ਬਦ ਹੈ ਦੂਰੀ, ਬਹੁਤ ਦੂਰ ਹੋਣਾ, ਭਾਵ ਜਿਹੜੀ ਚੀਜ਼ ਨੇੜੇ ਨਹੀਂ ਹੈ। ਅਗਲਾ ਸ਼ਬਦ ਹੈ ਬੱਚਿਓ ਕੂਰੀ, ਕੂਰੀ ਤੋਂ ਭਾਵ ਝਿੜਕਣਾ। ਤਾਂ ਬੱਚਿਓ, ਸਾਨੂੰ ਪਤਾ ਲੱਗ ਗਿਆ ਹੈ ਕਿ ਜ਼ਰੂਰੀ ਸ਼ਬਦ ਨਾਲ ਹੋਰ ਕਿਹੜੇ-ਕਿਹੜੇ ਸ਼ਬਦ ਮਿਲਦੇ ਹਨ। ਆਓ ਅਸੀਂ ਇੱਕ ਵਾਰ ਫਿਰ ਪੜ੍ਹਦੇ ਹਾਂ। ਜ਼ਰੂਰੀ, ਅਧੂਰੀ, ਪੂਰੀ, ਚੂਰੀ,
ਦੂਰੀ ਕੂਰੀ। ਬੱਚਿਓ ਹੁਣ ਸਮਾਂ ਹੋ ਗਿਆ ਹੈ ਘਰ ਦੇ ਕੰਮ ਦਾ। ਜਿਵੇਂ ਮੈਂ ਤੁਹਾਨੂੰ ਤੁਕਾਂਤ ਵਾਲੇ ਸ਼ਬਦ ਕਰਵਾਏ ਹਨ, ਤੁਸੀਂ ਵੀ ਅਜਿਹੇ ਸ਼ਬਦਾਂ ਦੀ ਚੋਣ ਕਰਕੇ ਉਹਨਾਂ ਨਾਲ ਮਿਲਦੇ ਜੁਲਦੇ ਹੋਰ ਸ਼ਬਦ ਲੱਭਣੇ ਹਨ ਅਤੇ ਆਪਣੀ ਕਾਪੀ ਵਿੱਚ ਸੁੰਦਰ ਲਿਖਾਈ ਵਿੱਚ ਲਿਖਣੇ ਹਨ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਬੇਟਾ? ਅੱਜ ਬੇਟਾ ਆਪਾਂ ਅਭਿਆਸ 2.6 ਦੇ ਪੰਨਾ ਨੰਬਰ 61 ਦਾ 8ਵਾਂ ਸਵਾਲ ਹੱਲ ਕਰਾਂਗੇ, ਜਿਸ ਦੀ ਰਕਮ ਇਸ ਪ੍ਰਕਾਰ ਹੈ। ਹੇਠ ਦਿੱਤੇ ਸਾਰੇ ਨੋਟ ਅਤੇ ਸਿੱਕੇ ਕਰਨ ਨੂੰ ਉਸਦੇ ਜਨਮ ਦਿਨ ਤੇ ਮਿਲੇ। ਤੁਸੀਂ ਦੱਸੋ ਕਿ ਕਰਨ ਕੋਲ ਕਿੰਨੇ ਰੁਪਏ ਹਨ? ਇਹ ਬੇਟਾ 500 ਦੇ 5 ਨੋਟ, 50 ਰੁਪਏ ਦੇ 3 ਨੋਟ, 10 ਦੇ 7 ਨੋਟ ਅਤੇ 2 ਰੁਪਏ ਦੇ 3 ਸਿੱਕੇ ਨੇ। ਆਓ ਬੇਟਾ ਇਹਨੂੰ ਹੱਲ ਕਰੀਏ। ਹੁਣ ਬੇਟਾ ਕਰਨ ਨੂੰ ਜਨਮ ਦਿਨ ਤੇ ਮਿਲੇ ਨੋਟ ਅਤੇ ਸਿੱਕੇ ਆਪਾਂ ਗਿਣਦੇ ਆਂ ਕਿ ਉਸਦੇ ਕੋਲ ਕੁੱਲ ਕਿੰਨੇ ਰੁਪਏ ਨੇ। ਇਹਨਾਂ ਨੂੰ ਬੇਟਾ ਆਪਾਂ ਵੱਖ-ਵੱਖ ਤਰੀਕਿਆਂ ਨਾਲ ਗਿਣਦੇ ਆਂ। ਸਭ ਤੋਂ ਪਹਿਲਾਂ ਆਪਾਂ ਕੁੱਲ ਰੁਪਏ ਦੇਖੀਏ ਉਹਦੇ ਕੋਲ ਕਿੰਨੇ ਨੇ। 500, 1000, 1500, 2000, 2500, 2550, 2600, 2650, 2660, 2670, 2680, 2690, 2700, 2710, 2720, 2722, 2724 ਅਤੇ 2726। ਹੁਣ ਬੇਟਾ ਉਹਦੇ ਕੋਲ ਕੁੱਲ ਰੁਪਏ ਕਿੰਨੇ ਨੇ? 2726 ਰੁਪਏ। ਹੁਣ ਕਰਨ ਨੂੰ ਜਨਮ ਦਿਨ ਤੇ ਮਿਲੇ ਨੋਟ ਤੇ ਸਿੱਕੇ ਨੂੰ ਆਪਾਂ ਦੂਸਰੇ ਤਰੀਕੇ ਨਾਲ ਗਿਣਦੇ ਆਂ। ਇਹਦੇ ਵਿੱਚ ਬੇਟਾ ਆਪਾਂ ਜਿਹੜੇ ਕੁੱਲ ਰੁਪਏ ਨੇ ਉਹਨਾਂ ਦੇ ਸਮੂਹ ਬਣਾਵਾਂਗੇ ਕਿ ਕਿੰਨੇ ਕਿੰਨੇ ਨੋਟ ਜਿਹੜੇ ਆ ਕਿਸ ਕਿਸ ਰੁਪਏ ਦੇ ਨੇ। ਠੀਕ ਹੈ, ਸਭ ਤੋਂ ਪਹਿਲਾਂ 500 ਰੁਪਏ। 1 2 3 4 5 500 ਰੁਪਏ ਦੇ ਕਿੰਨੇ ਨੋਟ ਨੇ? 5। ਅੱਗੇ ਬੇਟਾ 50। 1 2 3 50 ਰੁਪਏ ਦੇ ਕਿੰਨੇ ਨੋਟ ਨੇ? 3। ਉਸ ਤੋਂ ਅੱਗੇ ਬੇਟਾ 10 ਰੁਪਏ। 1 2 3 4 5 6 7 10 ਰੁਪਏ ਦੇ ਕਿੰਨੇ ਨੋਟ ਨੇ? 7। ਹੁਣ ਆ ਜਾਓ ਸਿੱਕੇ। 1 2 3 2 ਰੁਪਏ ਦੇ ਕਿੰਨੇ ਸਿੱਕੇ ਨੇ? 3। ਬੇਟਾ ਇਹ ਆਪਣੇ ਕੋਲ ਵੱਖ-ਵੱਖ ਨੋਟਾਂ ਅਤੇ ਸਿੱਕਿਆਂ ਦੇ ਸਮੂਹ ਨੇ। ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ 500 ਕਿੰਨੀ ਵਾਰੀ ਆਇਆ ਹੈ? 5 ਵਾਰੀ। ਫਿਰ ਆਪਾਂ ਕਿਸ ਤਰ੍ਹਾਂ ਲਿਖਾਂਗੇ? 5 ਵਾਰੀ 500 ਰੁਪਏ। ਅੱਗੇ 50 ਰੁਪਏ ਕਿੰਨੇ ਨੋਟ ਨੇ? 3। ਫਿਰ 3 ਵਾਰੀ ਕੀ ਆਇਆ ਹੈ? 50 ਰੁਪਏ। ਉਸ ਤੋਂ ਅੱਗੇ ਬੇਟਾ 10 ਰੁਪਏ ਕਿੰਨੀ ਵਾਰੀ ਨੇ? 7 ਵਾਰੀ। ਫਿਰ 7 ਵਾਰੀ 10 ਰੁਪਏ। ਤੇ ਵੇਖੋ ਕਿੰਨੇ ਸਿੱਕੇ ਨੇ 2 ਰੁਪਏ ਦੇ? 3। ਫਿਰ 3 ਵਾਰੀ ਕਿੰਨੇ ਆਏ? 2 ਰੁਪਏ। ਹੁਣ 5 ਵਾਰੀ 500 ਰੁਪਏ ਨੂੰ ਆਪਾਂ ਗਿਣਦੇ ਆਂ ਤੇ ਦੇਖੀਏ ਕਿ ਕਿੰਨੇ ਰੁਪਏ ਬਣ ਗਏ। 500 1000 1500 2000 2500। ਹੁਣ 5 ਵਾਰੀ 500 ਰੁਪਏ ਹੋਣਗੇ ਤਾਂ ਉਹ ਕਿੰਨੇ ਰੁਪਏ ਬਣ ਗਏ? 2500 ਰੁਪਏ। ਹੁਣ ਬੇਟਾ ਆਪਾਂ 50 ਰੁਪਏ ਗਿਣਦੇ ਆਂ। 50 100 150। 3 ਵਾਰੀ 50 ਦੇ ਨੋਟ ਗਿਣੀਏ ਤਾਂ ਕਿੰਨੇ ਰੁਪਏ ਬਣ ਗਏ? 150। ਹੁਣ 10 ਰੁਪਏ ਬੇਟਾ ਗਿਣੀਏ। 10 20 30 40 50 60 70 ਰੁਪਏ। ਫਿਰ 7 ਵਾਰੀ 10 ਰੁਪਏ ਦੇ ਨੋਟ ਜਦੋਂ ਆਪਾਂ ਗਿਣਦੇ ਆ ਤਾਂ ਕਿੰਨੇ ਬਣ ਜਾਂਦੇ ਨੇ ਬੇਟਾ ਨੋਟ ਰੁਪਏ? 70 ਰੁਪਏ। ਹੁਣ ਅੱਗੇ ਬੇਟਾ 2 ਰੁਪਏ ਦੇ ਸਿੱਕੇ ਕਿੰਨੇ ਨੇ? 3 2 4 2 6। ਫਿਰ 3 ਵਾਰੀ 2 ਰੁਪਏ ਦੇ ਸਿੱਕੇ ਕਾਦੇ ਬਰਾਬਰ ਹੁੰਦੇ ਨੇ? 6 ਰੁਪਏ ਦੇ। ਹੁਣ ਬੇਟਾ 5 ਵਾਰੀ 500 ਰੁਪਏ ਬਰਾਬਰ ਹੈ 2500 ਰੁਪਏ। 3 ਵਾਰੀ 50 ਰੁਪਏ ਬਰਾਬਰ ਹੈ 150 ਰੁਪਏ। 7 ਵਾਰੀ 10 ਰੁਪਏ ਬਰਾਬਰ ਹੈ 70 ਰੁਪਏ ਅਤੇ 3 ਵਾਰੀ 2 ਰੁਪਏ ਬਰਾਬਰ ਹੈ 6 ਰੁਪਏ। ਬੇਟਾ ਇਹਨਾਂ ਸਮੂਹਾਂ ਨੂੰ ਆਪਾਂ ਸਾਰਿਆਂ ਨੂੰ ਇਕੱਠਾ ਜੋੜਦੇ ਆ ਰੁਪਿਆਂ ਨੂੰ ਤੇ ਦੇਖਦੇ ਆ ਕਿ ਕਿੰਨੇ ਰੁਪਏ ਨੇ। ਸਭ ਤੋਂ ਪਹਿਲਾਂ 500 ਦੇ ਇਹ ਆਪਾਂ ਗਿਣੇ ਨੇ ਕਿੰਨੇ ਨੇ? 2500। ਹੁਣ ਇਹਦੇ ਵਿੱਚ ਜਦੋਂ ਆਪਾਂ 150 ਰੁਪਏ ਜੋੜੇ ਤਾਂ ਇਹ ਕਿੰਨੇ ਬਣ ਗਏ? 2650 ਰੁਪਏ। ਹੁਣ ਜਦੋਂ ਆਪਾਂ 10 ਰੁਪਏ ਦੇ 7 ਨੋਟ ਭਾਵ 70 ਰੁਪਏ ਜੋੜੇ ਤਾਂ ਇਹ ਕਿੰਨੇ ਬਣ ਗਏ? 2720 ਰੁਪਏ। ਤੇ 3 ਸਿੱਕੇ 2 ਰੁਪਏ ਦੇ ਜੋੜੇ ਤਾਂ ਇਹ ਨਾਲ ਕਿੰਨੇ ਬਣ ਗਏ? 2726 ਰੁਪਏ। ਫਿਰ ਕੁੱਲ ਰੁਪਏ ਕਿੰਨੇ ਹੋ ਗਏ ਬੇਟਾ? 2726 ਰੁਪਏ।
ਤਾਂ ਕਰਨ ਨੂੰ ਜਨਮ ਦਿਨ ਤੇ ਮਿਲੇ ਨੋਟ ਤੇ ਸਿੱਕਿਆਂ ਨੂੰ ਆਪਾਂ ਵੱਖ-ਵੱਖ ਤਰੀਕਿਆਂ ਨਾਲ ਗਿਣਿਆ। ਜਦੋਂ ਆਪਾਂ ਸ਼ੁਰੂ 'ਚ ਨੋਟ ਗਿਣੇ ਤਾਂ ਕੁੱਲ ਰੁਪਏ ਕਿੰਨੇ ਆਏ ਸੀ? 2726 ਰੁਪਏ। ਜਦੋਂ ਆਪਾਂ ਸਮੂਹ ਬਣਾ ਕੇ ਗਿਣੇ ਤਾਂ ਵੀ ਕੁੱਲ ਰੁਪਏ ਕਿੰਨੇ ਸੀਗੇ? 2726 ਰੁਪਏ। ਤੇ ਜੇਕਰ ਆਪਾਂ ਸਥਾਨਕ ਮੁੱਲ ਸਾਰਣੀ ਦੇ ਵਿੱਚ ਜੋੜ ਕਰਾਂਗੇ ਤਾਂ ਉਹ ਵੀ ਕਿੰਨਾ ਹੋਵੇਗਾ? 2726 ਰੁਪਏ। ਹੁਣ ਬੇਟਾ ਤੁਸੀਂ ਘਰ ਦੇ ਕੰਮ ਵਿੱਚ ਆਪਣੀਆਂ ਕਾਪੀਆਂ ਤੇ ਇਹੀ ਸਵਾਲ ਕਰਨਾ ਹੈ। ਅੱਜ ਦੇ ਲਈ ਇੰਨਾ ਹੀ। ਧੰਨਵਾਦ। Hello dear students. Today we will read lesson number 3, Safety Rules. But students, before reading the lesson, let's meet Raman and Daddy. Raman's daddy, Raman's father. Students, they are having breakfast and they are talking about something. Here, Raman is saying something to his father. Let's listen. Dad, you promised to take me to the shopping mall on Saturday. Students, Raman is saying to his father that he promised to take Raman to the shopping mall on Saturday. Now, let's listen to the reply of his father. I remember, my child. Finish your breakfast and get ready to go. Students, Raman's father asked him to finish his breakfast and get ready to go to the shopping mall. Now, students, let's listen what Raman is saying. Yay! You are the best dad. Students, Raman is very happy. So he said that his father is the best father. Okay? Raman finished his breakfast hurriedly and got ready. Students, Raman finished his breakfast very quickly and then he got ready to go to the shopping mall. And after getting ready, what did he say? Let's listen. I am ready. And then his daddy said, Let's go. While sitting in the car, Daddy asked Raman to wear his seat belt. Students, Raman's father asked him to wear his seat belt. Okay, now let's listen what Raman replied. I know, Daddy, that the traffic policeman would challan us if we are not wearing seat belts. So students, Raman told his father that he already knew that the traffic policeman will fine them if they will not wear seat belts. Okay? Dear students, I hope you have enjoyed reading the lesson up to this point. Now, it's time for your homework. And students, your homework is to write down these 4 words in your notebooks and learn their spellings. Let's read these words one by one. Promised, shopping mall, breakfast, finished. Students, give your best and have a nice day ahead. ਪਿਆਰੇ ਬੱਚਿਓ, ਪੰਜਾਬ ਦੇ ਇੱਕ ਮਸ਼ਹੂਰ ਕਵੀ ਨੇ ਲਿਖਿਆ ਹੈ, ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ। ਇਹਨਾਂ ਰੁੱਖਾਂ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੈ। ਸਾਡੇ ਅਧਿਆਏ ਰੁੱਖ ਦੇਣ ਸੁੱਖ ਦੇ ਵਿੱਚ ਅਸੀਂ ਜਾਣਾਂਗੇ ਕਿ ਇਹ ਰੁੱਖ ਸਾਡੇ ਜੀਵਨ ਦੇ ਵਿੱਚ ਕਿਵੇਂ ਸੁੱਖ ਦਿੰਦੇ ਹਨ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਤੇ ਸਮਝ ਵੀ ਚੁੱਕੇ ਹਾਂ ਕਿ ਰੁੱਖ ਸਾਡੇ ਜੀਵਨ ਦੇ ਵਿੱਚ ਕੀ ਕਰਦੇ ਹਨ। ਹਾਂਜੀ, ਰੁੱਖ ਸਾਨੂੰ ਸਾਹ ਦੇਣ ਦੇ ਵਿੱਚ ਸਹਿਯੋਗ ਦਿੰਦੇ ਹਨ, ਦਵਾਈਆਂ ਬਣਾਉਣ ਦੇ ਵਿੱਚ ਸਹਿਯੋਗ ਦਿੰਦੇ ਹਨ, ਵਾਤਾਵਰਣ ਨੂੰ ਸ਼ੁੱਧ ਕਰਨ ਦੇ ਵਿੱਚ ਵੀ ਸਹਿਯੋਗ ਦਿੰਦੇ ਹਨ। ਸਾਡੇ ਜੀਵਨ ਦੇ ਹਰ ਪਹਿਲੂ ਦੇ ਵਿੱਚ ਰੁੱਖ ਆਪਣਾ ਸਹਿਯੋਗ ਦਿੰਦੇ ਹਨ। ਤੇ ਇਸ ਅਧਿਆਏ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਮੋਟਰਸਾਈਕਲ ਸਵਾਰ
ਜਿਹੜਾ ਕਿ ਦੂਰ ਕਿਤੇ ਜਾ ਰਿਹਾ ਹੁੰਦਾ ਹੈ ਤੇ ਅਚਾਨਕ ਰਸਤੇ ਵਿੱਚ ਉਸ ਦਾ ਮੋਟਰਸਾਈਕਲ ਖਰਾਬ ਹੋਣ ਕਰਕੇ ਉਸ ਦਾ ਗਰਮੀ ਦੇ ਨਾਲ ਤੇ ਭੁੱਖ ਦੇ ਨਾਲ ਬੜਾ ਬੁਰਾ ਹਾਲ ਹੋ ਜਾਂਦਾ ਹੈ ਤੇ ਉਸ ਦੀ ਇਸ ਹਾਲਤ ਵਿੱਚ ਉਸ ਦੀ ਮਦਦ ਕੌਣ ਕਰਦਾ ਹੈ? ਆਓ ਦੇਖਦੇ ਹਾਂ। ਇੱਕ ਉਜਾੜ ਜਿਹੀ ਥਾਂ ਤੇ ਸ਼ਹਿਤੂਤ ਦੇ ਕੁਝ ਰੁੱਖ ਖੜੇ ਸਨ। ਉਹਨਾਂ ਥੱਲੇ ਆਰਾਮ ਕਰਕੇ ਉਸਦੀ ਸਾਰੀ ਥਕਾਵਟ ਦੂਰ ਹੋ ਗਈ। ਸ਼ਹਿਤੂਤ ਦੇ ਫਲ ਭਾਵ ਤੂਤੀਆਂ ਖਾ ਕੇ ਭੁੱਖ ਵੀ ਮਿਟ ਗਈ। ਨੇੜੇ ਹੀ ਬਹੁਤ ਸਾਰੇ ਮਲੇ ਅਤੇ ਬੇਰੀਆਂ ਵੀ ਲੱਗੀਆਂ ਸਨ। ਉਸਨੇ ਇਹਨਾਂ ਬੇਰੀਆਂ ਦੇ ਬੇਰ ਵੀ ਬੜੇ ਚਾਅ ਨਾਲ ਖਾਧੇ। ਉਹ ਸੋਚ ਰਿਹਾ ਸੀ, ਇਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ। ਪਤਾ ਨਹੀਂ ਕਿਵੇਂ ਇਹਨਾਂ ਰੁੱਖਾਂ ਦੇ ਬੀਜ ਇੱਥੇ ਪਹੁੰਚ ਜਾਂਦੇ ਹਨ। ਇਹ ਜੰਗਲੀ ਰੁੱਖ ਆਪ ਹੀ ਉੱਗ ਪੈਂਦੇ ਹਨ। ਕੋਈ ਵੀ ਇਹਨਾਂ ਦੀ ਦੇਖਭਾਲ ਨਹੀਂ ਕਰਦਾ। ਸਾਡੇ ਲਈ ਇਹ ਪੌਦੇ ਬਹੁਤ ਲਾਭਦਾਇਕ ਹਨ। ਸਾਨੂੰ ਤਾਂ ਸਾਰਿਆਂ ਨੂੰ ਇਹਨਾਂ ਰੁੱਖਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਦੇਖਿਆ ਬੱਚਿਓ, ਕਿਸ ਤਰ੍ਹਾਂ ਉਸ ਰਾਹਗੀਰ ਦੀ ਮਦਦ ਕੀਤੀ ਰੁੱਖਾਂ ਨੇ। ਆਓ ਹੁਣ ਜਾਣਦੇ ਹਾਂ ਕਿ ਘਰੇਲੂ ਰੁੱਖ ਕੀ ਹੁੰਦੇ ਹਨ। ਸਾਡੇ ਘਰਾਂ, ਖੇਤਾਂ, ਸੜਕਾਂ ਅਤੇ ਪਾਰਕਾਂ ਵਿੱਚ ਲਗਾਏ ਗਏ ਰੁੱਖ ਘਰੇਲੂ ਰੁੱਖ ਕਹਾਉਂਦੇ ਹਨ। ਪਿਆਰੇ ਬੱਚਿਓ, ਜਿਹੜੇ ਰੁੱਖ ਤੁਸੀਂ ਆਪਣੇ ਆਲੇ ਦੁਆਲੇ ਸੜਕਾਂ ਤੇ ਪਾਰਕਾਂ ਵਿੱਚ ਆਪਣੇ ਪਿੰਡ, ਗਲੀ, ਮੁਹੱਲੇ ਵਿੱਚ ਆਮ ਦੇਖਦੇ ਹੋ, ਉਹਨਾਂ ਨੂੰ ਅਸੀਂ ਘਰੇਲੂ ਰੁੱਖ ਕਹਿ ਦਿੰਦੇ ਹਾਂ। ਜਿਵੇਂ ਅੰਬ, ਆਂਵਲਾ, ਪਿੱਪਲ, ਅਮਲਤਾਸ, ਬੋਹੜ ਅਤੇ ਜਾਮਣ ਦਾ ਰੁੱਖ। ਆਓ ਹੁਣ ਚੱਲਦੇ ਹਾਂ ਆਪਣੇ ਘਰ ਦੇ ਕੰਮ ਵੱਲ। ਸਾਡੇ ਘਰ ਦੇ ਕੰਮ ਵਿੱਚ ਪ੍ਰਸ਼ਨ ਹੈ, ਤੁਸੀਂ ਆਪਣੇ ਆਲੇ ਦੁਆਲੇ, ਖੇਤ, ਸਕੂਲ ਜਾਂ ਕਿਸੇ ਬਾਗ ਵਿੱਚੋਂ ਰੁੱਖਾਂ ਤੋਂ ਤੋੜ ਕੇ ਜਾਂ ਰੁੱਖਾਂ ਹੇਠੋਂ ਚੁੱਕ ਕੇ ਫਲ ਜ਼ਰੂਰ ਖਾਧੇ ਹੋਣਗੇ। ਅਜਿਹੇ ਰੁੱਖਾਂ ਦੇ ਨਾਮ ਲਿਖੋ। ਜਮਾਤ ਪੰਜਵੀਂ, ਵਿਸ਼ਾ ਪੰਜਾਬੀ, ਪਾਠ 8, ਚਿੜੀਆ ਘਰ। ਪਿਆਰੇ ਬੱਚਿਓ, ਅੱਜ ਆਪਾਂ ਪਾਠ ਦੇ ਅਭਿਆਸ ਵਿੱਚੋਂ ਅਧੂਰੀਆਂ ਸਤਰਾਂ ਪੂਰੀਆਂ ਕਰਾਂਗੇ। ਸਤਰਾਂ ਪੂਰੀਆਂ ਕਰੋ। ਛੱਤਬੀੜ ਕਵਿਤਾ ਬੇਟਾ ਤੁਸੀਂ ਸਭ ਨੇ ਪੜ੍ਹੀ ਹੈ। ਤੁਹਾਨੂੰ ਸਭ ਨੂੰ ਪਤਾ ਹੈ ਛੱਤਬੀੜ ਕਿੱਥੇ ਆ। ਆਪਾਂ ਚੰਡੀਗੜ੍ਹ ਜਾਂਦੇ ਆ, ਰਸਤੇ 'ਚ ਇੱਕ ਚਿੜੀਆ ਘਰ ਆਉਂਦਾ ਹੈ, ਉਸ ਦਾ ਨਾਮ ਹੈ ਛੱਤਬੀੜ। ਇਹ ਜਿਹੜੀ ਬੀੜ ਹੈ ਛੱਤ ਨਾਮ ਦੇ ਇੱਕ ਪਿੰਡ ਵਿੱਚ ਬਣੀ ਹੋਈ ਹੈ। ਇਸ ਪਾਠ ਵਿੱਚ ਉਸ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ। ਚਲੋ ਹੁਣ ਆਪਾਂ ਅਧੂਰੀਆਂ ਕਾਵ ਸਤਰਾਂ ਨੂੰ ਪੂਰੀਆਂ ਕਰਨਾ ਹੈ। ਆਪਣੀ ਪਹਿਲੀ ਕਾਵ ਸਤਰ ਹੈ, ਆਓ ਸਾਰੇ ਬਾਲ ਛੱਤ ਬੀੜ ਚੱਲੀਏ। ਇਸ ਤੋਂ ਅੱਗੇ ਕੀ ਆਏਗਾ ਆਪਾਂ ਦੇਖਦੇ ਹਾਂ। ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲੀਏ। ਹਾਣੀ ਕੌਣ ਹੁੰਦੇ ਆ ਰਾਜੇ? ਤੁਹਾਡੀ ਉਮਰ ਦੇ ਬੱਚੇ, ਜਿਹੜੇ ਤੁਹਾਡੇ ਦੋਸਤ ਮਿੱਤਰ ਨੇ, ਉਹਨਾਂ ਨੂੰ ਹਾਣੀ ਕਿਹਾ ਜਾਂਦਾ ਹੈ। ਹੁਣ ਸਾਡੀ ਅਗਲੀ ਅਧੂਰੀ ਕਾਵ ਸਤਰ ਹੈ, ਰੱਖਾਂ ਵਿੱਚ ਸ਼ੇਰ, ਬਾਂਦਰ ਪਿੰਜਰੇ 'ਚ ਬੰਦ। ਆਪਾਂ ਸ਼ਬਦ ਅਰਥ ਕੀਤੇ ਸੀ। ਰੱਖ ਕੀ ਹੁੰਦਾ ਹੈ? ਉਹ ਕੁਦਰਤੀ ਨਿਵਾਸ ਸਥਾਨ, ਛੋਟਾ ਜਿਹਾ ਜੰਗਲ ਜਿਸ ਵਿੱਚ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ, ਉਸ ਨੂੰ ਰੱਖ ਕਿਹਾ ਜਾਂਦਾ ਹੈ। ਹਾਂਜੀ, ਰੱਖਾਂ ਵਿੱਚ ਸ਼ੇਰ, ਬਾਂਦਰ ਪਿੰਜਰੇ 'ਚ ਬੰਦ। ਇਸ ਨੂੰ ਆਪਾਂ ਪੂਰੀ ਕਰਦੇ ਹਾਂ। ਇਸ ਤੋਂ ਅੱਗੇ ਆਏਗਾ, ਜੰਗਲਾਂ ਦੇ ਜੀਵ ਕਿਵੇਂ ਮਾਣਦੇ ਆਨੰਦ। ਆਨੰਦ ਕੀ ਹੁੰਦੀ ਹੈ? ਖੁਸ਼ੀ। ਸਾਰੇ ਜਿਹੜੇ ਜੀਵ ਹੈ ਉਹ ਇਕੱਠੇ ਹੋ ਕੇ ਆਨੰਦ ਮਾਣਦੇ ਨੇ। ਸਾਡੀ ਅਗਲੀ ਕਾਵ ਸਤਰ ਹੈ, ਮਗਰਮੱਛ ਵੇਖੋ ਕੋਸੀ ਧੁੱਪ ਸੇਕਦੇ। ਇਸ ਤੋਂ ਅੱਗੇ ਦੇਖਦੇ ਹਾਂ ਆਪਾਂ, ਇਸ ਅਧੂਰੀ ਕਾਵ ਸਤਰ ਨੂੰ ਪੂਰੀ ਕਰਦੇ ਹਾਂ। ਇਹ ਵੀ ਸਾਡੇ ਵੱਲ ਲੁੱਕ ਛਿਪ ਵੇਖਦੇ। ਇੱਕ ਵਾਰੀ ਫਿਰ ਤੋਂ ਆਪਾਂ ਇਹ ਸਾਰੇ ਪੜ੍ਹ ਲੈਂਦੇ ਹਾਂ। ਆਓ ਸਾਰੇ ਬਾਲ ਛੱਤ ਬੀੜ ਚੱਲੀਏ, ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲੀਏ। ਰੱਖਾਂ ਵਿੱਚ ਸ਼ੇਰ, ਬਾਂਦਰ ਪਿੰਜਰੇ 'ਚ ਬੰਦ, ਜੰਗਲਾਂ ਦੇ ਜੀਵ ਕਿਵੇਂ ਮਾਣਦੇ ਆਨੰਦ। ਮਗਰਮੱਛ ਵੇਖੋ ਕੋਸੀ ਧੁੱਪ ਸੇਕਦੇ, ਇਹ ਵੀ ਸਾਡੇ ਵੱਲ ਲੁੱਕ ਛਿਪ ਵੇਖਦੇ। ਹਾਂਜੀ ਬੇਟਾ, ਸਾਡੀ ਅਗਲੀ ਕਾਵ ਸਤਰ ਹੈ, ਬਾਰਾਂਸਿੰਗੇ ਵੇਖ ਕਥਾ ਯਾਦ ਆਵਦੀ। ਬਾਰਾਂਸਿੰਗੇ ਦੀ ਕਥਾ ਤੁਸੀਂ ਸਭ ਨੇ ਪੜ੍ਹੀ ਹੋਈ ਹੈ। ਬਾਰਾਂਸਿੰਗੇ ਨੂੰ ਬੜਾ ਘਮੰਡ ਸੀ ਆਪਣੇ ਸੋਹਣੇ ਸੋਹਣੇ ਸਿੰਗਾਂ ਤੇ, ਪਰ ਉਸਨੂੰ ਆਪਣੇ ਕਮਜ਼ੋਰ ਲੱਤਾਂ, ਆਪਣੇ ਕਮਜ਼ੋਰ ਪੈਰ ਸੋਹਣੇ ਨਹੀਂ ਲੱਗਦੇ ਸੀ।
ਪਰ ਅੰਤ ਵਿੱਚ ਅਸੀਂ ਦੇਖਿਆ ਕਿ ਜਿਹੜੀਆਂ ਉਸਦੀਆਂ ਕਮਜ਼ੋਰ ਲੱਤਾਂ ਸੀ ਉਹੀ ਭੱਜਣ ਦੇ ਵਿੱਚ ਉਹਦੀ ਮਦਦ ਕਰਦੀਆਂ ਨੇ ਤੇ ਆਖਿਰ ਵਿੱਚ ਉਹਦੇ ਸੋਹਣੇ ਸੋਹਣੇ ਸਿੰਗ ਜਿਨ੍ਹਾਂ ਤੇ ਉਸਨੂੰ ਬਹੁਤ ਘਮੰਡ ਸੀ ਉਹ ਸਿੰਗ ਉਸ ਦੀ ਮੌਤ ਦਾ ਕਾਰਨ ਬਣਦੇ ਨੇ। ਹੁਣ ਆਪਾਂ ਇਸ ਕਾਵਿ ਸਤਰ ਨੂੰ ਪੂਰਾ ਕਰਾਂਗੇ। 12 ਸਿੰਗੇ ਵੇਖ ਕਥਾ ਯਾਦ ਆਵਦੀ, ਇਸ ਤੋਂ ਅੱਗੇ ਹੈ ਸੋਹਣੀ ਉਹ ਚੀਜ਼ ਜਿਹੜੀ ਕੰਮ ਆਵਦੀ। ਠੀਕ ਹੈ ਰਾਜੇ, ਸਾਡੀ ਅਗਲੀ ਕਾਵਿ ਸਤਰ ਹੈ ਨਿੱਕੇ ਜਿਹੇ ਛੰਬ ਵਿੱਚ ਹੰਸ ਤਰਦੇ। ਛੰਬ ਕੀ ਹੁੰਦਾ ਹੈ? ਇੱਕ ਛੋਟਾ ਜਿਹਾ ਤਲਾਅ। ਆਪਾਂ ਇਸ ਕਾਵਿ ਸਤਰ ਨੂੰ ਪੂਰਾ ਕਰਾਂਗੇ। ਨਿੱਕੇ ਜਿਹੇ ਛੰਬ ਵਿੱਚ ਹੰਸ ਤਰਦੇ, ਕੈਦ ਨੇ ਵਿਚਾਰੇ ਨਾ ਉਡਾਰੀ ਭਰਦੇ। ਠੀਕ ਹੈ ਜੀ, ਸਾਡੀ ਆਖਰੀ ਕਾਵਿ ਸਤਰ ਹੈ ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ। ਇਸ ਅਧੂਰੀ ਕਾਵਿ ਸਤਰ ਨੂੰ ਅਸੀਂ ਪੂਰਾ ਕਰਦੇ ਹਾਂ। ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਰਨਾ। ਪੰਛੀਆਂ ਨੂੰ ਕਦੇ ਵੀ ਕੈਦ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਖੁੱਲੀ ਹਵਾ ਵਿੱਚ ਸਾਹ ਲੈਣ ਵਾਸਤੇ ਛੱਡ ਦੇਣਾ ਚਾਹੀਦਾ ਹੈ। ਉਹ ਆਰਾਮ ਨਾਲ ਆਸਮਾਨ ਵਿੱਚ ਉੜਦੇ ਹੋਏ ਸੋਹਣੇ ਲੱਗਦੇ ਆ। ਸਾਨੂੰ ਪੰਛੀਆਂ ਨੂੰ ਕੈਦ ਕਰਕੇ ਪਿੰਜਰਿਆਂ 'ਚ ਪਾ ਕੇ ਆਪਣੇ ਘਰਾਂ 'ਚ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ। ਇਹਨਾਂ ਸਾਰੀਆਂ ਕਾਵਿ ਸਤਰਾਂ ਨੂੰ ਆਪਾਂ ਇੱਕ ਵਾਰੀ ਫਿਰ ਤੋਂ ਪੜ੍ਹ ਲੈਂਦੇ ਹਾਂ। 12 ਸਿੰਗੇ ਵੇਖ ਕਥਾ ਯਾਦ ਆਵਦੀ, ਸੋਹਣੀ ਉਹ ਚੀਜ਼ ਜਿਹੜੀ ਕੰਮ ਆਵਦੀ। ਅਗਲੀ ਕਾਵਿ ਸਤਰ ਹੈ ਨਿੱਕੇ ਜਿਹੇ ਛੰਬ ਵਿੱਚ ਹੰਸ ਤਰਦੇ, ਕੈਦ ਨੇ ਵਿਚਾਰੇ ਨਾ ਉਡਾਰੀ ਭਰਦੇ। ਆਖਰੀ ਕਾਵਿ ਸਤਰ ਹੈ ਸਾਡੀ ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ, ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਰਨਾ। ਬੇਟਾ ਤੁਸੀਂ ਸਭ ਨੇ ਕਾਵਿ ਸਤਰਾਂ ਬਹੁਤ ਹੀ ਧਿਆਨ ਨਾਲ ਬਹੁਤ ਹੀ ਚੰਗੀ ਤਰ੍ਹਾਂ ਪੜ੍ਹੀਆਂ ਨੇ। ਇਹਨਾਂ ਅਧੂਰੀਆਂ ਕਾਵਿ ਸਤਰਾਂ ਨੂੰ ਪੂਰਾ ਕਰਨਾ ਵੀ ਤੁਹਾਨੂੰ ਆ ਗਿਆ। ਹੁਣ ਤੁਸੀਂ ਸਾਰਿਆਂ ਨੇ ਇਹਨਾਂ ਸਾਰੀਆਂ ਕਾਵਿ ਸਤਰਾਂ ਨੂੰ ਬਹੁਤ ਹੀ ਸੋਹਣਾ ਸੋਹਣਾ ਕਰਕੇ ਆਪਣੀਆਂ ਕਾਪੀਆਂ 'ਤੇ ਲਿਖਣਾ ਹੈ ਅਤੇ ਨਾਲ ਹੀ ਇਹਨਾਂ ਸਾਰੀਆਂ ਕਾਵਿ ਸਤਰਾਂ ਨੂੰ ਪੜ੍ਹਨ ਦਾ ਅਭਿਆਸ ਵੀ ਕਰਨਾ ਹੈ। ਪਿਆਰੇ ਬੱਚਿਓ, ਜਮਾਤ 5ਵੀਂ ਵਿਸ਼ਾ ਗਣਿਤ ਦੇ ਅਭਿਆਸ 2.7 ਵਿੱਚ ਅੱਜ ਆਪਾਂ ਭਾਗ ਦੇ ਸਵਾਲਾਂ ਦੀ ਪੜਤਾਲ ਸਿੱਖਾਂਗੇ। ਪਿਆਰੇ ਬੱਚਿਓ, ਇੱਥੇ ਕੁਝ ਫੁੱਲ ਪਏ ਹਨ। ਖੱਬੇ ਤੋਂ ਸੱਜੇ ਪਾਸੇ ਵੱਲ ਸਾਡੇ ਕੋਲ ਫੁੱਲਾਂ ਦੀਆਂ 2 ਕਤਾਰਾਂ ਹਨ। ਬੱਚਿਓ, ਹਰੇਕ ਕਤਾਰ ਦੇ ਵਿੱਚ ਸਾਡੇ ਕੋਲ ਕਿੰਨੇ ਫੁੱਲ ਹਨ? ਵੈਰੀ ਗੁੱਡ। ਹਰੇਕ ਕਤਾਰ ਵਿੱਚ ਸਾਡੇ ਕੋਲ 4 ਫੁੱਲ ਹਨ। ਇਸ ਦਾ ਮਤਲਬ ਇਹ ਹੋਇਆ ਬੱਚਿਓ 2 ਗੁਣਾ 4 ਬਰਾਬਰ 8। ਬੱਚਿਓ, ਹੁਣ ਜੇਕਰ ਮੈਂ ਇਹਨਾਂ 8 ਫੁੱਲਾਂ ਨੂੰ 4 ਬਰਾਬਰ ਭਾਗਾਂ ਵਿੱਚ ਵੰਡਣਾ ਹੋਵੇ ਤਾਂ ਮੈਂ ਕੀ ਕਰਾਂਗੀ? ਮੈਂ ਇਹਨਾਂ ਫੁੱਲਾਂ ਨੂੰ 4 ਅਲੱਗ-ਅਲੱਗ ਸਮੂਹਾਂ ਵਿੱਚ ਵੰਡ ਦੇਵਾਂਗੀ। ਬੱਚਿਓ, ਇਸ ਦਾ ਮਤਲਬ ਇਹ ਹੋਇਆ 8 ਭਾਗ 4 ਬਰਾਬਰ ਹੁੰਦਾ ਹੈ 2। ਬੱਚਿਓ, ਹੁਣ ਇਹਨਾਂ 8 ਫੁੱਲਾਂ ਨੂੰ ਆਪਾਂ 2 ਬਰਾਬਰ ਭਾਗਾਂ ਵਿੱਚ ਵੰਡਣਾ ਹੈ ਤਾਂ ਆਪਾਂ ਕੀ ਕਰਾਂਗੇ? ਆਪਾਂ ਇਹਨਾਂ ਫੁੱਲਾਂ ਦੇ 2 ਸਮੂਹ ਬਣਾ ਲਵਾਂਗੇ। ਬੱਚਿਓ, ਇਸ ਦਾ ਮਤਲਬ ਇਹ ਹੋਇਆ 8 ਭਾਗ 2 ਬਰਾਬਰ ਹੈ 4। ਹਰੇਕ ਸਮੂਹ ਵਿੱਚ ਸਾਡੇ ਕੋਲ 4 ਫੁੱਲ ਹਨ। ਇਸ ਪ੍ਰਕਾਰ ਬੱਚਿਓ, ਆਪਾਂ ਗੁਣਾ ਦੀ ਮਦਦ ਨਾਲ ਭਾਗ ਦੇ ਦੋਹੇ ਤੱਤ ਪ੍ਰਾਪਤ ਕਰ ਲਏ ਹਨ। ਉੱਪਰ ਤੋਂ ਹੇਠਾਂ ਵੱਲ ਸਾਡੇ ਕੋਲ ਫੁੱਲਾਂ ਦੇ 4 ਕਾਲਮ ਹਨ। ਹਰੇਕ ਕਾਲਮ ਦੇ ਵਿੱਚ ਸਾਡੇ ਕੋਲ 2 ਫੁੱਲ ਹਨ। ਇਸ ਦਾ ਮਤਲਬ 4 ਕਾਲਮਾਂ ਵਿੱਚ 2 ਫੁੱਲ ਭਾਵ 4 ਗੁਣਾ 2 ਬਰਾਬਰ 8। ਸਾਡੇ ਕੋਲ 8 ਗੁਣਨਫਲ ਆਇਆ। ਖੱਬੇ ਤੋਂ ਸੱਜੇ ਵੱਲ ਸਾਡੇ ਕੋਲ 2 ਕਤਾਰਾਂ ਫੁੱਲਾਂ ਦੀਆਂ ਹਨ। ਸਾਡੇ ਕੋਲ ਹਰੇਕ ਕਤਾਰ ਵਿੱਚ 4 ਫੁੱਲ ਹਨ। ਇਸ ਦਾ ਮਤਲਬ 2 ਕਤਾਰਾਂ ਵਿੱਚ 4 ਫੁੱਲ ਭਾਵ 2 ਗੁਣਾ 4 ਬਰਾਬਰ 8। ਇਸ ਪ੍ਰਕਾਰ ਬੱਚਿਓ, ਆਪਾਂ ਭਾਗ ਦੀ ਮਦਦ ਨਾਲ ਗੁਣਾ ਦੇ ਦੋਹੇ ਤੱਤ ਪ੍ਰਾਪਤ ਕਰ ਲਏ ਹਨ। ਬੱਚਿਓ, ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਭਾਗ ਅਤੇ ਗੁਣਾ ਆਪਸ ਵਿੱਚ ਵਿਰੋਧੀ ਕਿਰਿਆਵਾਂ ਹਨ ਅਤੇ ਇਹਨਾਂ ਦੋਹਾਂ ਦੇ ਵਿਚਕਾਰ ਉਲਟਾ ਸੰਬੰਧ ਹੈ। ਬੱਚਿਓ, ਭਾਗ ਅਤੇ ਗੁਣਾ ਦੇ ਇਸੇ ਸੰਬੰਧ ਨੂੰ ਆਧਾਰ ਬਣਾ ਕੇ ਅੱਜ ਆਪਾਂ ਭਾਗ ਦੇ ਸਵਾਲ ਦੇ ਉੱਤਰ ਦੀ ਪੜਤਾਲ ਕਰਨੀ ਸਿੱਖਾਂਗੇ। ਚਲੋ ਫਿਰ ਸ਼ੁਰੂ ਕਰੀਏ। ਕਿਉਂ ਅਸੀਂ 8 ਨੂੰ 4 ਨਾਲ ਭਾਗ ਕਰਨਾ ਹੈ। ਆਪਾਂ 4 ਦਾ ਪਹਾੜਾ ਪੜਾਂਗੇ ਤਾਂ ਕਿ 8 ਪ੍ਰਾਪਤ ਹੋ ਜਾਵੇ। ਅਸੀਂ 4 ਗੁਣਾ 2 ਬਰਾਬਰ 8 ਤੇ ਜਾਵਾਂਗੇ। ਇਸ ਲਈ ਅਸੀਂ ਇਸ ਪਾਸੇ 2 ਅਤੇ 8 ਦੇ ਨੀਚੇ 8 ਰੱਖਾਂਗੇ। 8 ਵਿੱਚੋਂ 8 ਘਟਾਏ ਤਾਂ ਸਾਡੇ ਕੋਲ 0 ਬਚਿਆ। ਬੱਚਿਓ, ਜਿਹੜੀ ਸੰਖਿਆ ਦੀ ਭਾਗ ਕੀਤੀ ਹੈ ਉਹ ਭਾਜ ਹੈ ਅਤੇ ਜਿਸ ਸੰਖਿਆ ਨਾਲ ਅਸੀਂ ਭਾਗ ਕੀਤਾ ਹੈ ਉਹ ਭਾਜਕ ਹੈ। ਪ੍ਰਾਪਤ ਹੋਇਆ ਉੱਤਰ ਭਾਗਫਲ ਅਤੇ ਅੰਤ ਵਿੱਚ ਬਚੀ ਸੰਖਿਆ ਬਾਕੀ ਹੈ। ਇਸ ਨੂੰ ਹੁਣ ਗੁਣਾ ਰਾਹੀਂ ਦੇਖਦੇ ਹਾਂ। 2 ਸਾਡੇ ਕੋਲ ਭਾਗਫਲ ਹੈ ਅਤੇ ਇਸ ਨੂੰ ਅਸੀਂ ਗੁਣਾ ਕਰਨਾ ਹੈ 4 ਨਾਲ। 4 ਸਾਡੇ ਕੋਲ ਭਾਜਕ ਹੈ। ਇਸ ਦਾ ਮਤਲਬ ਭਾਗਫਲ ਗੁਣਾ ਭਾਜਕ। ਇਸ
ਵਿੱਚ ਬਾਕੀ ਨੂੰ ਜਮ੍ਹਾਂ ਕਰਦੇ ਹਨ। ਬੱਚਿਓ ਸਾਡੇ ਕੋਲ ਇੱਥੇ 0 ਬਾਕੀ ਹੈ, ਬਰਾਬਰ ਹੈ 8 ਦੇ। 8 ਸਾਡੇ ਕੋਲ ਕੀ ਹੈ? 8 ਸਾਡੇ ਕੋਲ ਭਾਜ ਹੈ। ਇਸ ਦਾ ਮਤਲਬ ਭਾਜ ਬਰਾਬਰ ਹੈ ਭਾਗਫਲ ਗੁਣਾ ਭਾਜਕ ਜਮ੍ਹਾਂ ਬਾਕੀ। ਪਿਆਰੇ ਬੱਚਿਓ, ਆਪਾਂ ਭਾਗਫਲ 2 ਨੂੰ ਗੁਣਾ ਕਰਾਂਗੇ ਭਾਜਕ ਨਾਲ। ਭਾਜਕ ਕਿੰਨਾ ਹੈ? ਵੈਰੀ ਗੁੱਡ, ਸਾਡੇ ਕੋਲ 4 ਭਾਜਕ ਹੈ ਅਤੇ ਇਸ ਵਿੱਚ ਅਸੀਂ ਜੋੜਨਾ ਹੈ ਬਾਕੀ। ਬਾਕੀ ਸਾਡੇ ਕੋਲ ਕਿੰਨਾ ਹੈ? ਕੁਝ ਵੀ ਨਹੀਂ। ਇਸ ਦਾ ਮਤਲਬ ਸਾਡੇ ਕੋਲ 0 ਬਾਕੀ ਹੈ। 2 ਗੁਣਾ 4 ਬਰਾਬਰ ਹੈ 8। 8 ਜਮ੍ਹਾਂ 0 ਬਰਾਬਰ ਹੈ 8। 8 ਸਾਡੇ ਕੋਲ ਭਾਜ ਹੈ। ਇਸ ਦਾ ਮਤਲਬ 8 ਬਰਾਬਰ 8। ਸਾਡਾ ਉੱਤਰ ਭਾਜ ਦੇ ਬਰਾਬਰ ਆਇਆ, ਇਸ ਲਈ ਸਾਡਾ ਸਵਾਲ ਠੀਕ ਹੈ। ਇਸੇ ਨੂੰ ਉੱਤਰ ਦੀ ਪੜਤਾਲ ਕਹਿੰਦੇ ਹਨ ਬੱਚਿਓ। ਇਸ ਪ੍ਰਕਾਰ ਆਪਾਂ ਪੜਤਾਲ ਕਰਨੀ ਸਿੱਖ ਲਈ ਹੈ। ਸੰਖਿਆ ਭਾਵੇਂ ਜਿੰਨੀ ਮਰਜ਼ੀ ਵੱਡੀ ਹੋਵੇ ਬੱਚਿਓ, ਭਾਗ ਦੇ ਉੱਤਰ ਦੀ ਪੜਤਾਲ ਇਸੇ ਪ੍ਰਕਾਰ ਕਰਦੇ ਹਾਂ। ਬੱਚਿਓ, ਕੱਲ ਆਪਾਂ 8415 ਨੂੰ 15 ਨਾਲ ਭਾਗ ਕੀਤਾ ਸੀ। 561 ਸਾਡੇ ਕੋਲ ਭਾਗਫਲ ਹੈ। ਇਸ ਭਾਗਫਲ ਨੂੰ ਆਪਾਂ ਗੁਣਾ ਕਰਨਾ ਹੈ ਭਾਜਕ ਨਾਲ, ਜੋ ਕਿ 15 ਹੈ। ਇਸ ਵਿੱਚ ਅਸੀਂ ਬਾਕੀ ਨੂੰ ਜੋੜਦੇ ਹਾਂ। ਬੱਚਿਓ, ਸਾਡੇ ਕੋਲ ਇੱਥੇ 0 ਬਾਕੀ ਹੈ, ਇਸ ਲਈ ਅਸੀਂ ਇਸ ਵਿੱਚ 0 ਨੂੰ ਜੋੜਾਂਗੇ। ਇਹ ਬਰਾਬਰ ਹੋਣਾ ਚਾਹੀਦਾ ਹੈ ਭਾਜ ਦੇ। ਬੱਚਿਓ, 8415 ਭਾਜ ਹੈ, ਇਸ ਲਈ 8415 ਦੇ ਬਰਾਬਰ ਇਸ ਦਾ ਉੱਤਰ ਆਉਣਾ ਚਾਹੀਦਾ ਹੈ। ਬੱਚਿਓ, 561 ਗੁਣਾ 15 ਦਾ ਉੱਤਰ ਸਾਡੇ ਕੋਲ 8415 ਹੈ। ਇਸ ਦਾ ਮਤਲਬ ਇਹ ਹੋਇਆ ਭਾਗਫਲ ਗੁਣਾ ਭਾਜਕ 8415 ਹੈ। ਸਾਡੇ ਕੋਲ ਬਾਕੀ 0 ਸੀ, ਇਸ ਲਈ ਬੱਚਿਓ 8415 ਜਮ੍ਹਾਂ 0 ਬਰਾਬਰ ਹੈ 8415। ਬੱਚਿਓ, ਇਹ ਸਾਡੇ ਭਾਜ ਦੇ ਬਰਾਬਰ ਹੈ। ਇਸ ਪ੍ਰਕਾਰ ਬੱਚਿਓ, ਸਾਡੇ ਕੋਲ ਭਾਜ 8415 ਹੈ ਅਤੇ ਪੜਤਾਲ ਕਰਨ ਉਪਰੰਤ ਵੀ ਸਾਡੇ ਕੋਲ 8415 ਉੱਤਰ ਆਇਆ ਹੈ, ਇਸ ਲਈ ਸਾਡਾ ਉੱਤਰ ਠੀਕ ਹੈ। ਪਿਆਰੇ ਬੱਚਿਓ, ਹੁਣ ਵਾਰੀ ਹੈ ਘਰ ਦੇ ਕੰਮ ਦੀ। ਕੱਲ ਤੁਸੀਂ ਅਭਿਆਸ 2.7 ਦਾ ਦੂਜਾ ਸਵਾਲ ਅਤੇ ਤੀਸਰੇ ਸਵਾਲ ਦੇ F ਭਾਗ ਤੱਕ ਭਾਗ ਦੇ ਸਵਾਲ ਕੀਤੇ ਸਨ। ਅੱਜ ਤੁਸੀਂ ਉਹਨਾਂ ਦੇ ਉੱਤਰਾਂ ਦੀ ਪੜਤਾਲ ਕਰਨੀ ਹੈ। ਦੂਸਰੇ ਸਵਾਲ ਦੇ ਤੁਸੀਂ A ਭਾਗ ਤੋਂ ਲੈ ਕੇ E ਭਾਗ ਤੱਕ ਸਾਰੇ ਸਵਾਲਾਂ ਦੇ ਉੱਤਰਾਂ ਦੀ ਪੜਤਾਲ ਕਰਨੀ ਹੈ ਅਤੇ ਤੀਸਰਾ ਸਵਾਲ ਉਸਦੇ A ਭਾਗ ਤੋਂ ਲੈ ਕੇ F ਭਾਗ ਤੱਕ ਸਾਰੇ ਉੱਤਰਾਂ ਦੀ ਪੜਤਾਲ ਆਪਣੀਆਂ ਕਾਪੀਆਂ ਵਿੱਚ ਕਰਨੀ ਹੈ। ਪੜ੍ਹਦੇ ਰਹੋ, ਵਧਦੇ ਰਹੋ। ਧੰਨਵਾਦ। Hello children, open your books at page number 30. Today we are going to discuss exercise C. Say the following words aloud. We are going to speak these words, and these words are ending with ED. Let's try to speak these words. Words ending with ED are pronounced in 3 different ways. Some words end with a slight sound of T and some with sound D and some with sound IT. T, D, IT. Now let's read these words. Miss, and by adding ed, missed. Miss, missed. Don't say it missed. It's wrong. Missed is wrong. It's missed. Then check, checked. Not checked. It's checked. Pick, picked. Picked. It's not picked. Picked. Missed, checked and picked. Let's read some words having ed at the end, but they appears to give last sound
slightly as t. Stopped, stopped. Looked, dropped. Liked, and walked, walked. Now let's read words ending with ed but they give last sound as d, not d, d. Opened, opened. Closed, showed, and played, played. Now let's read ed words ending with sound id. Id. Wanted, needed, decided, decided, shouted, shouted, and avoided, avoided. So all these words ending with sound id, avoided. That's all for today. Now it's time for homework. And your homework is you have to read all these words properly and write down these words in your notebook. Keep learning. Thank you. ਬੱਚਿਓ, ਅੱਜ ਅਸੀਂ ਪਾਠ 8ਵਾਂ ਬੀਜ ਦਾ ਸਫ਼ਰ ਦੀ ਕਿਰਿਆ ਨੰਬਰ 1 ਕਰਾਂਗੇ। ਬੱਚਿਓ, ਤੁਸੀਂ ਕਦੇ ਬੀਜਾਂ ਤੋਂ ਪੌਦੇ ਉਗਾਏ ਹਨ? ਆਓ ਅੱਜ ਅਸੀਂ ਬੀਜਾਂ ਤੋਂ ਪੌਦੇ ਉਗਾਉਣ ਦੀ ਕਿਰਿਆ ਬਾਰੇ ਜਾਣੀਏ। ਸਭ ਤੋਂ ਪਹਿਲਾਂ ਕਣਕ ਦੇ ਕੁਝ ਬੀਜ ਲਵੋ। ਖੇਤ ਵਿੱਚੋਂ ਥੋੜੀ ਜਿਹੀ ਉਪਜਾਊ ਮਿੱਟੀ ਲੈ ਲਵੋ। 1 ਕੱਪ ਪਾਣੀ ਲੈ ਲਵੋ। ਘੱਟੋ ਘੱਟ 4 ਗਮਲੇ ਲੈ ਲਵੋ ਅਤੇ ਹਰ ਇੱਕ ਗਮਲੇ ਨੂੰ ਵੱਖਰੇ ਵੱਖਰੇ ਨਾਮ ਊੜਾ, ਐੜਾ, ਈੜੀ, ਸੱਸਾ ਦੇ ਦੇਵੋ। ਸਭ ਤੋਂ ਪਹਿਲਾਂ ਊੜੇ ਗਮਲੇ ਵਿੱਚ ਕਣਕ ਦੇ ਕੁਝ ਬੀਜ ਪਾ ਕੇ ਧੁੱਪੇ ਰੱਖ ਦਿਓ। ਫਿਰ ਐੜੇ ਗਮਲੇ ਵਿੱਚ ਕੁਝ ਮਿੱਟੀ ਪਾਓ, ਉਸ ਵਿੱਚ ਕੁਝ ਬੀਜ ਬੀਜੋ ਅਤੇ ਧੁੱਪੇ ਰੱਖ ਦਿਓ। ਫਿਰ ਈੜੀ ਗਮਲੇ ਵਿੱਚ ਬੱਚਿਓ ਕੁਝ ਮਿੱਟੀ ਪਾਓ, ਉਸ ਵਿੱਚ ਕੁਝ ਬੀਜ ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਹਨੇਰੇ ਕਮਰੇ ਜਾਂ ਅਲਮਾਰੀ ਵਿੱਚ ਰੱਖ ਦਿਓ। ਫਿਰ ਸੱਸੇ ਗਮਲੇ ਵਿੱਚ ਕੁਝ ਮਿੱਟੀ ਪਾਓ, ਉਸ ਵਿੱਚ ਕੁਝ ਬੀਜ ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਧੁੱਪੇ ਰੱਖ ਦਿਓ। ਹੁਣ ਅਸੀਂ 4 ਗਮਲਿਆਂ ਵਿੱਚ ਬੀਜ ਉਗਾ ਦਿੱਤੇ ਹਨ। ਹੁਣ ਅਸੀਂ ਦੇਖਣਾ ਹੈ ਕਿ ਕੁਝ ਦਿਨਾਂ ਬਾਅਦ ਕਿਸ ਗਮਲੇ ਦੇ ਬੀਜ ਉੱਗ ਪੈਣਗੇ। ਹਾਂਜੀ, ਸੱਸਾ ਗਮਲੇ ਦੇ ਬੀਜ ਚੰਗੀ ਤਰ੍ਹਾਂ ਉੱਗ ਪੈਣਗੇ। ਬੱਚਿਓ, ਤੁਸੀਂ ਜਾਣਦੇ ਹੋ ਸੱਸਾ ਗਮਲੇ ਵਿੱਚ ਹੀ ਕਣਕ ਦੇ ਬੀਜ ਚੰਗੀ ਤਰ੍ਹਾਂ ਕਿਉਂ ਉੱਗੇ ਹਨ? ਹਾਂਜੀ, ਕਿਉਂਕਿ ਬੀਜਾਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਪਾਣੀ, ਸੂਰਜ ਦੀ ਰੋਸ਼ਨੀ, ਢੁਕਵੀਂ ਥਾਂ, ਪੋਸ਼ਕ ਤੱਤ ਅਤੇ ਹਵਾ ਦੀ ਜ਼ਰੂਰਤ ਹੁੰਦੀ ਹੈ ਅਤੇ ਸੱਸਾ ਗਮਲੇ ਨੂੰ ਇਹ ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਪ੍ਰਾਪਤ ਹੋਈਆਂ ਹਨ। ਹੁਣ ਅਸੀਂ ਕਿਰਿਆ ਨੰਬਰ 2 ਕਰਾਂਗੇ। ਕਿਰਿਆ ਨੰਬਰ 2 ਕੀ ਹੈ? ਤੁਸੀਂ ਆਪਣੇ ਘਰ ਵਿੱਚ ਸੱਸਾ ਗਮਲੇ ਵਾਲੇ ਤਰੀਕੇ ਨਾਲ ਰੁੱਤ ਅਨੁਸਾਰ ਮਨਪਸੰਦ ਬੀਜ ਬੀਜੋ ਅਤੇ ਉਸ ਸੰਬੰਧੀ ਹੇਠ ਲਿਖੀ ਸਾਰਣੀ ਪੂਰੀ ਕਰੋ। ਬੱਚਿਓ, ਕਿਰਿਆ ਨੰਬਰ 2 ਨੂੰ ਪੂਰਾ ਕਰਨ ਲਈ ਅਸੀਂ ਇਸ ਪ੍ਰਕਾਰ ਦੀ ਇੱਕ ਸਾਰਣੀ ਬਣਾਵਾਂਗੇ। ਸਭ ਤੋਂ ਪਹਿਲੇ ਕਾਲਮ ਵਿੱਚ ਬੀਜ ਦਾ ਨਾਮ, ਦੂਸਰੇ ਕਾਲਮ ਵਿੱਚ ਬੀਜਣ ਦੀ ਮਿਤੀ, ਤੀਸਰੇ ਕਾਲਮ ਵਿੱਚ ਪੁੰਗਰਨ ਦੀ ਮਿਤੀ, ਚੌਥੇ ਕਾਲਮ ਵਿੱਚ ਪੁੰਗਰਨ ਤੋਂ 7 ਦਿਨਾਂ ਬਾਅਦ ਪੌਦੇ ਦੀ ਉਚਾਈ ਅਤੇ ਪੰਜਵੇਂ ਕਾਲਮ ਵਿੱਚ ਪੁੰਗਰਨ ਤੋਂ 15 ਦਿਨਾਂ ਬਾਅਦ ਪੌਦੇ ਦੀ ਉਚਾਈ। ਕਣਕ ਦੇ ਬੀਜ। ਬੱਚਿਓ, ਸਭ ਤੋਂ ਪਹਿਲਾਂ ਅਸੀਂ ਗਮਲੇ ਵਿੱਚ ਕਣਕ ਦੇ ਬੀਜ ਪਾਵਾਂਗੇ। ਪੁੰਗਰਨ ਤੋਂ ਬਾਅਦ ਬੱਚਿਓ
ਉਹ ਕਿਵੇਂ ਦੇ ਦਿਖਾਈ ਦੇਣਗੇ? ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ। 7 ਦਿਨ ਬਾਅਦ ਉਹਨਾਂ ਦੀ ਉਚਾਈ 3 ਇੰਚ ਵੱਧ ਜਾਏਗੀ। 15 ਦਿਨਾਂ ਬਾਅਦ ਉਹਨਾਂ ਦੀ ਉਚਾਈ 3 ਇੰਚ ਤੋਂ ਵੱਧ ਕੇ 6 ਇੰਚ ਹੋ ਜਾਵੇਗੀ। ਹੁਣ ਅਸੀਂ ਇਸ ਨੂੰ ਸੂਚੀ ਵਿੱਚ ਕਿਵੇਂ ਭਰ ਦੇਵਾਂਗੇ ਬੱਚਿਓ? ਹਾਂਜੀ, ਬੀਜ ਦੇ ਨਾਮ ਤੇ ਕਣਕ, ਬੀਜਣ ਦੀ ਮਿਤੀ 10/7/2020, ਪੁੰਗਰਨ ਦੀ ਮਿਤੀ 17/7/2020। ਪੁੰਗਰਨ ਵਿੱਚ ਇਸ ਨੂੰ 1 ਹਫ਼ਤੇ ਦਾ ਸਮਾਂ ਲੱਗਿਆ ਹੈ। ਪੁੰਗਰਨ ਤੋਂ 7 ਦਿਨਾਂ ਬਾਅਦ ਪੌਦੇ ਦੀ ਉਚਾਈ 3 ਇੰਚ, ਪੁੰਗਰਨ ਤੋਂ 15 ਦਿਨਾਂ ਬਾਅਦ ਪੌਦੇ ਦੀ ਉਚਾਈ 6 ਇੰਚ। ਘਰ ਦੇ ਕੰਮ ਦੇ ਵਿੱਚ ਤੁਸੀਂ ਇਹ ਕਿਰਿਆ ਨੰਬਰ 2 ਨੂੰ ਪੂਰਾ ਕਰਨਾ ਹੈ। ਤੁਸੀਂ ਆਪਣੇ ਮਨਪਸੰਦ ਬੀਜ ਜਾਂ ਮੱਕੀ ਅਤੇ ਚਾਵਲ ਦੇ ਬੀਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਸ ਸੂਚੀ ਵਿੱਚ ਭਰਨਾ ਹੈ ਅਤੇ ਇਸ ਨੂੰ ਪੂਰਾ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਅੱਜ ਆਪਣਾ ਲਿਖਾਈ ਦਾ ਜਿਹੜਾ ਹੈਗਾ ਤੀਸਰਾ ਦਿਨ ਹੈਗਾ ਆ ਤੇ 2 ਅੱਖਰ ਜਿਹੜੇ ਅੱਖਰ ਪੱਪਾ ਤੇ ਅੱਖਰ ਖੱਖਾ ਆਪਾਂ ਸਿੱਖ ਚੁੱਕੇ ਆ ਤੇ ਮੈਂ ਆਸ ਕਰਦਾ ਹਾਂ ਵੀ ਤੁਸੀਂ ਉਹਨਾਂ ਦਾ ਜਿਹੜਾ ਅਭਿਆਸ ਪ੍ਰੋਪਰ ਕਰ ਲਿਆ ਹੋਊਗਾ। ਤੁਸੀਂ ਬੇਟਾ ਖਰਗੋਸ਼ ਤੇ ਕੱਛੂ ਕੰਮੇ ਦੀ ਕਹਾਣੀ ਸੁਣੀ ਹੋਊਗੀ, ਜਿਹਦੇ ਵਿੱਚ ਕੱਛੂ ਕੰਮਾ ਜਿੱਤ ਜਾਂਦਾ ਆ। ਤੁਹਾਨੂੰ ਪਤਾ ਕਿਉਂ ਕੱਛੂ ਕੰਮਾ ਜਿੱਤ ਜਾਂਦਾ ਆ? ਇਹਦਾ ਇੱਕ ਸੀਕ੍ਰੇਟ ਹੈਗਾ ਆ, ਜਿਹੜਾ ਵੀ ਜੀਵ, ਜਿਹੜਾ ਵੀ ਇਨਸਾਨ ਲਗਾਤਾਰ ਕੰਮ ਕਰਦਾ ਆ ਉਹ ਹਮੇਸ਼ਾ ਹੀ ਜਿੱਤ ਜਾਂਦਾ ਆ। ਲਗਾਤਾਰਤਾ ਦੇ ਵਿੱਚ ਹੀ ਸੀਕ੍ਰੇਟ ਹੈਗਾ, ਰਹੱਸ ਹੈਗਾ ਆ। ਸੋ ਬੇਟਾ, ਅੱਜ ਪਹਿਲੇ ਸੈੱਟ ਦਾ ਜਿਹੜਾ ਤੀਜਾ ਅੱਖਰ ਆਪਾਂ ਸਿੱਖਣ ਜਾ ਰਹੇ ਹਾਂ। 2 ਅੱਖਰ ਜਿਹੜੇ ਪਹਿਲੇ ਸੈੱਟ ਦੇ ਆਪਾਂ ਸਿੱਖ ਲਏ ਸੀ, ਅੱਖਰ ਪੱਪਾ ਤੇ ਅੱਖਰ ਖੱਖਾ। ਹੁਣ ਬੇਟਾ ਆਪਾਂ ਪਹਿਲੇ ਸੈੱਟ ਦਾ ਤੀਸਰਾ ਅੱਖਰ ਆ ਜਿਹੜਾ ਅੱਖਰ ਧੱਦਾ ਸਿੱਖਣ ਜਾ ਰਹੇ ਹਾਂ। ਉਹ ਧਿਆਨ ਦੇ ਨਾਲ ਬੇਟਾ ਤੁਸੀਂ ਦੇਖਣਾ ਬੋਰਡ ਦੇ ਵੱਲ। ਸਭ ਤੋਂ ਪਹਿਲਾਂ ਬੇਟਾ ਅੱਖਰ ਧੱਦਾ ਪਾਉਣ ਲਈ ਅਸੀਂ ਲੇਟਵੇਂ ਦਾ ਰੇਖਾ ਜਿਹੜੀ ਉੱਪਰਲੀ ਲਾਈਨ ਤੋਂ ਸ਼ੁਰੂ ਕਰਾਂਗੇ। ਜਿੰਨੀ ਅੱਖਰ ਦੀ ਚੌੜਾਈ ਰੱਖਣੀ ਆ ਅਸੀਂ ਅੰਦਾਜ਼ੇ ਨਾਲ ਇਹ ਰੇਖਾ ਲੈ ਲਾਂਗੇ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਕੀ ਕਰਨਾ ਆ, ਇਸੇ ਤਰ੍ਹਾਂ ਥੋੜੀ ਜੀ ਰੇਖਾ ਛੱਡ ਕੇ ਇਸ ਬਿੰਦੂ ਤੋਂ ਥੋੜਾ ਜਿਹਾ ਰਾਈਟ ਸਾਈਡ ਤੋਂ ਅੰਦਰ ਹੋ ਕੇ ਉਹੀ ਪੱਪੇ ਵਾਲਾ ਸਟੈਪ ਹੀ ਹਲਕੀ ਜਿਹੀ ਅੰਦਰ ਨੂੰ ਕਰਵ ਦਿੰਦੇ ਹੋਏ ਅੱਧ ਤੋਂ ਮਾਮੂਲੀ ਜਿਹਾ ਥੱਲੇ ਆ ਜਾਵਾਂਗੇ। ਫਿਰ ਧਿਆਨ ਨਾਲ ਦੇਖੋ ਬੇਟਾ, ਇਸ ਬਿੰਦੂ ਤੋਂ ਸ਼ੁਰੂ ਕਰਦੇ ਹੋਏ ਹਲਕੀ ਜਿਹੀ ਅੰਦਰ ਨੂੰ ਕਰਵ ਦਿੰਦੇ ਹੋਏ ਅਸੀਂ ਅੱਧ ਤੋਂ ਮਾਮੂਲੀ ਜਿਹਾ ਥੱਲੇ। ਫਿਰ ਨੋਟ ਕਰੋ ਬੇਟਾ, ਆਹ ਪੁਆਇੰਟ ਆ ਜਿਹੜਾ ਇਸ ਪੁਆਇੰਟ ਨਾਲੋਂ ਮਾਮੂਲੀ ਜਿਹਾ ਖੱਬੇ ਹੱਥ ਬਾਹਰਲੇ ਹੱਥ ਹੋਣਾ ਚਾਹੀਦਾ। ਇਹ 1 ਬਿੰਦੂ 2 ਬਿੰਦੂ ਦੀ ਵੇਰੀਏਸ਼ਨ ਰਹਿ ਸਕਦੀ, ਥੋੜਾ ਜਿਹਾ ਵੱਧ ਵੀ ਸਕਦਾ, ਘਟ ਵੀ ਸਕਦਾ ਆ। ਔਰ ਜਿਹੜਾ ਉੱਪਰੋਂ ਥੱਲੇ ਨੂੰ ਆਉਣਾ, ਆ ਵੀ ਪੁਆਇੰਟ ਇਸ ਬਿੰਦੂ ਤੇ ਉੱਪਰ ਥੱਲੇ ਜਾਂ ਥੋੜੀ ਬਹੁਤੀ ਵੇਰੀਏਸ਼ਨ ਰਹਿ ਸਕਦੀ, ਕੋਈ ਫਰਕ ਨਹੀਂ ਪੈਂਦਾ। ਪਰ ਇਹ ਪੁਆਇੰਟ ਜ਼ਿਆਦਾ ਡੀਪ ਨਹੀਂ ਕਰਨਾ, ਕਿਉਂਕਿ ਜੇ ਅਸੀਂ ਜ਼ਿਆਦਾ ਥੱਲੇ ਲੈ ਆਵਾਂਗੇ ਤਾਂ ਫਿਰ ਇਹਦੀ ਜਿਹੜੀ ਹੇਠਲੇ ਪਾਸੇ ਗੁਲਾਈ ਪ੍ਰੋਪਰ ਨਹੀਂ ਬਣਦੀ ਤੇ ਅੱਖਰ ਦਾ ਸੁਹੱਪਣਾ ਜਿਹੜਾ ਉਹ ਨਹੀਂ ਆਉਂਦਾ। ਇਸ ਬਿੰਦੂ ਤੇ ਬੇਟਾ ਠਹਿਰਾਓ ਕਰਕੇ ਅਸੀਂ ਇੱਥੋਂ ਹਲਕੀ ਜਿਹੀ ਹੇਠਲੇ ਪਾਸੇ ਨੂੰ ਗੁਲਾਈ ਦਿੰਦੇ ਹੋਏ ਇਸ ਬਿੰਦੂ ਤੇ ਆ ਜਾਾਂਗੇ। ਔਰ ਉੱਪਰਲੇ ਪਾਸੇ ਤੋਂ ਇੱਥੋਂ ਪੈਨਸਲ ਚੁੱਕ ਕੇ ਅਸੀਂ ਆਹ ਰੇਖਾ ਸਿੱਧੀ ਹੇਠਲੇ ਪਾਸੇ ਨੂੰ ਲੈ ਆਵਾਂਗੇ। ਸੋ ਉੱਪਰ ਆਪਾਂ ਰੇਖਾ ਪਹਿਲਾਂ ਹੀ ਬਣਾ ਲਈ ਸੀ ਤਾਂ ਇਹ ਬਣ ਗਿਆ ਬੇਟਾ ਅੱਖਰ ਧੱਦਾ। ਤਾਂ ਤੁਹਾਨੂੰ ਦੱਸਿਆ ਹੋਇਆ ਵੀ ਜਿੱਥੋਂ ਇੱਥੋਂ ਥੋੜੀ ਜਿਹੀ ਰੇਖਾ ਵਧਵੀਂ ਹੁੰਦੀ ਹੈ ਹਮੇਸ਼ਾ ਹੀ, ਹਰ ਅੱਖਰ ਦੇ ਨਾਲ ਵੀ ਸ਼ਬਦ ਦੇ ਨਾਲ ਵੀ। ਸੋ ਫੇਰ ਬੇਟਾ ਧਿਆਨ ਦਿਓ ਵੀ ਅੱਖਰ ਧੱਦਾ ਜਿਹੜਾ ਹੈਗਾ ਉਹ ਆਪਾਂ ਕਿਸ ਤਰ੍ਹਾਂ ਬਣਾਉਣਾ ਆ। ਅਸੀਂ ਕੀ ਕੀਤਾ, ਸਭ ਤੋਂ ਪਹਿਲਾਂ ਉੱਪਰਲੀ ਰੇਖਾ ਜਿਹੜੀ ਹੈਗੀ ਆ ਇਸ ਬਿੰਦੂ ਇੱਥੋਂ ਚੱਲੇ ਉੱਪਰਲੀ ਰੇਖਾ ਸਿੱਧੀ ਲਗਾ ਲਈ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਥੋੜਾ ਜਿਹਾ ਰਾਈਟ ਸਾਈਡ ਅੰਦਰਲੇ ਪਾਸੇ ਹੋ ਕੇ ਉਸ ਰੇਖਾ ਤੋਂ ਇੱਥੋਂ ਸ਼ੁਰੂ ਕਰਕੇ ਇੱਥੋਂ ਹਲਕੀ ਜਿਹੀ ਅੰਦਰ ਨੂੰ ਕਰਵ ਦਿੰਦੇ ਹੋਏ ਗੁਲਾਈ ਬਣਾਉਂਦੇ ਹੋਏ ਅਸੀਂ ਇਸ ਬਿੰਦੂ ਦੇ ਉੱਤੇ ਆ ਗਏ। ਆਹ ਬਿੰਦੂ ਇਸ ਬਿੰਦੂ ਨਾਲੋਂ ਮਾਮੂਲੀ ਜਿਹਾ ਖੱਬੇ ਹੱਥ ਨੂੰ ਬਾਹਰਲੇ ਪਾਸੇ ਨੂੰ। ਔਰ ਇਸ ਬਿੰਦੂ ਤੇ ਬੇਟਾ ਜਿਹੜੀ ਨੌਬ ਬਣਦੀ ਹੈ, ਚੁੰਝ ਬਣਦੀ ਹੈ, ਇਸ ਬਿੰਦੂ ਤੇ ਠਹਿਰਾਓ ਕਰਕੇ ਇੱਥੋਂ ਅਸੀਂ ਹਲਕੀ ਹੇਠਲੇ ਪਾਸੇ ਨੂੰ ਗੋਲਾਈ ਦਿੰਦੇ ਹੋਏ ਇਸ ਬਿੰਦੂ ਤੱਕ ਆਏ, ਜਿੰਨੀ ਅਸੀਂ ਅੱਖਰ ਦੀ ਚੌੜਾਈ ਰੱਖਣੀ ਹੈ। ਉਹਦੇ ਤੋਂ ਬਾਅਦ ਇੱਥੇ ਕਲਮ ਚੁੱਕ ਲੈਣੀ ਹੈ ਬੇਟਾ। ਔਰ ਇਦੋਂ ਬਾਅਦ ਦੇ ਵਿੱਚ ਉੱਪਰਲੇ ਪਾਸੇ ਤੋਂ ਅਸੀਂ ਸਿੱਧੀ ਰੇਖਾ ਜਿਹੜੀ ਹੈਗੀ ਆ ਹੇਠਲੀ ਲਾਈਨ ਤੱਕ ਮਿਲਾ ਦੇਣੀ। ਆਹ ਪੁਆਇੰਟ ਇੱਥੇ ਇਹਨੂੰ ਟੱਚ ਕਰੂਗਾ। ਸੋ ਇਹ ਬਣ ਗਿਆ ਸਾਡੇ ਕੋਲੇ ਅੱਖਰ ਧੱਦਾ।
ਸੋ ਬੇਟਾ ਤੁਹਾਡੇ ਕੋਲੇ ਜਿਹੜੀ ਵਰਕਸ਼ੀਟ ਪਹੁੰਚਦੀ ਪਈ ਆ, ਉਸ ਵਰਕਸ਼ੀਟ ਦੇ ਵਿੱਚ ਵੀ ਜਿਸ ਤਰ੍ਹਾਂ ਆਪਾਂ ਅੱਖਰ ਬਣਾਇਆ ਆ ਉਸੇ ਤਰ੍ਹਾਂ ਐਰੋ ਲਾ ਕੇ ਦੱਸਿਆ ਹੋਇਆ ਹੈ। 1 ਨੰਬਰ ਐਰੋ ਤੇ ਅਸੀਂ ਕਿਹੜੀ ਲਾਈਨ ਤੋਂ ਕਿੱਥੇ ਜਾਣਾ ਹੈ। ਤਾਂ ਤੁਸੀਂ ਸਾਰਿਆਂ ਨੇ ਉਹ ਵਰਕਸ਼ੀਟ ਦੇਖਦੇ ਹੋਏ ਪੈਨਸਲ ਦੇ ਨਾਲ ਜੇ ਅਭਿਆਸ ਕਰੋਗੇ ਤਾਂ ਬੇਟਾ ਅਭਿਆਸ ਸੌਖੇ ਢੰਗ ਨਾਲ ਹੋ ਜਾਂਦਾ, ਕਿਉਂਕਿ ਪੈਨਸਲ ਨਾਲ ਜਿਹੜੀ ਸਾਡੀ ਪਕੜ ਵੱਧ ਬਣ ਜਾਂਦੀ ਆ ਕਾਗਜ਼ ਦੇ ਉੱਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।